ਜੈ ਮਸੀਹ ਦੀ ਭੈਣਾਂ ਤੇ ਭਰਾਵੋ, ਗॉड ਬਲੈਸ ਯੂ। ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ ਅੱਜ ਦੇ ਬਰਕਤ ਵਾਲੇ ਸਮੇਂ ਦੇ ਵਾਸਤੇ। ਤੇ ਆਓ ਸਿੱਧਾ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਵਾਂਗੇ। ਪ੍ਰਭੂ ਦੇ ਭੈਣੋ, ਅੱਜ ਮੈਂ ਤੁਹਾਡੇ ਨਾਲ ਵਰਸ਼ਿਪ ਦੇ ਬਾਰੇ ਸ਼ੇਅਰ ਕਰਨਾ ਚਾਹੁੰਦਾ ਹਾਂ। ਅੱਜ ਵਰਸ਼ਿਪ ਦੇ ਬਾਰੇ ਕੁਝ ਐਸੀਆਂ ਗੱਲਾਂ ਸਿੱਖਾਂਗੇ ਵਚਨ ਦੇ ਵਿੱਚੋਂ, ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਗੱਲਾਂ ਤੁਹਾਡੀ ਜ਼ਿੰਦਗੀ ਨੂੰ ਤੇ ਤੁਹਾਡੀ ਵਰਸ਼ਿਪ ਦੀ ਜ਼ਿੰਦਗੀ ਨੂੰ ਤਬਦੀਲ ਕਰਕੇ ਰੱਖ ਦੇਣਗੀਆਂ। ਤੇ ਆਓ ਸਿੱਧਾ ਜਾਵਾਂਗੇ ਆਪਾਂ ਪਰਮੇਸ਼ਰ ਦੇ ਵਚਨ ਵਿੱਚ ਤੇ ਖੋਲਾਂਗੇ ਸੰਤ ਯਹੋਨਾ ਦੀ ਕਿਤਾਬ, ਉਹਦਾ 4ਵਾਂ ਚੈਪਟਰ ਦੇਖਾਂਗੇ ਤੇ ਪੜਾਂਗੇ ਆਪਾਂ 21ਵੇਂ ਵਰਸ ਤੋਂ ਲੈ ਕੇ 24ਵੇਂ ਵਰਸ ਤੱਕ ਦੇਖਾਂਗੇ ਪੰਜਾਬੀ ਦੇ ਵਿੱਚ। ਆਓ ਦੇਖੀਏ ਕੀ ਲਿਖਿਆ ਪੰਜਾਬੀ ਦੇ ਵਿੱਚ। ਸੰਤ ਯਹੋਨਾ 4ਵਾਂ ਚੈਪਟਰ ਤੇ ਉਹਦਾ 21ਵੇਂ ਵਰਸ ਤੋਂ ਲੈ ਕੇ 24ਵੇਂ ਵਰਸ ਤੱਕ। ਜੀ ਹਾਂ, ਯਿਸੂ ਨੇ ਉਸ ਨੂੰ ਕਿਹਾ, ਬੀਬੀ ਇਹ ਸੱਚ ਮੰਨ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਇਸ ਪਹਾੜ ਉੱਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਆਰਾਧਨਾ ਕਰੋਗੇ। ਤੁਸੀਂ ਸਾਮਰੀ ਉਸ ਦੀ ਆਰਾਧਨਾ ਕਰਦੇ ਹੋ ਜਿਸ ਨੂੰ ਤੁਸੀਂ ਜਾਣਦੇ ਨਹੀਂ ਹੋ, ਪਰ ਅਸੀਂ ਯਹੂਦੀ ਉਸ ਦੀ ਆਰਾਧਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਸਾਡੇ ਯਹੂਦੀਆਂ ਵਿੱਚੋਂ ਹੀ ਹੈ। ਉਹ ਸਮਾਂ ਆ ਰਿਹਾ ਹੈ, ਸਗੋਂ ਆ ਚੁੱਕਾ ਹੈ, ਜਦੋਂ ਕਿ ਸੱਚੇ ਆਰਾਧਕ ਪਿਤਾ ਦੀ ਆਰਾਧਨਾ ਸਚਾਈ ਅਤੇ ਆਤਮਾ ਨਾਲ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਆਰਾਧਕਾਂ ਨੂੰ ਹੀ ਚਾਹੁੰਦਾ ਹੈ। ਪਰਮੇਸ਼ਰ ਆਤਮਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਆਰਾਧਕ ਆਤਮਾ ਅਤੇ ਸਚਾਈ ਨਾਲ ਉਸ ਦੀ ਆਰਾਧਨਾ ਕਰਨ। ਸੱਚੇ ਆਰਾਧਕ ਪਰਮੇਸ਼ਰ ਲੱਭਦਾ ਫਿਰਦਾ ਆ ਆਰਾਧਕਾਂ ਨੂੰ, ਸੱਚੇ ਆਰਾਧਕਾਂ ਨੂੰ। ਤੁਸੀਂ ਆਪੇ ਸੋਚੋ ਭੈਣੋ ਤੇ ਭਰਾਵੋ ਕਿ ਪਰਮੇਸ਼ਵਰ ਦੀਆਂ ਨਿਗਾਹਾਂ, ਉਹਦੀਆਂ ਨਜ਼ਰਾਂ ਕਿੰਨੀਆਂ ਤੇਜ਼ ਨੇ। ਪਰਮੇਸ਼ਰ ਦਾ ਵਚਨ ਆਖਦਾ ਆ ਕਿ ਕੋਈ ਜਗ੍ਹਾ ਨਹੀਂ ਗੀ ਏਦਾਂ ਦੀ ਜਿਹੜੀ ਪਰਮੇਸ਼ਰ ਦੀ ਨਿਗਾਹ ਤੋਂ ਛੁਪੀ ਹੋਈ ਹੋਵੇ। ਆਮੀਨ। ਆਪਾਂ ਯਹੋਵਾ ਰੋਈ ਨੂੰ ਜਾਣਦੇ ਆ। ਯਹੋਵਾ ਰੋਈ ਦਾ ਮਤਲਬ ਆ ਉਹ ਪਰਮੇਸ਼ਰ, ਉਹ ਰੱਬ ਜਿਹੜਾ ਤੈਨੂੰ ਦੇਖਦਾ ਆ, ਜਿਹਦੀਆਂ ਅੱਖਾਂ ਤੇਰੇ ਤੇ ਲੱਗੀਆਂ ਹੋਈਆਂ ਨੇ। ਹੁਣ ਉਹ ਪਰਮੇਸ਼ਰ ਜਿਹੜਾ ਮਿਲੀਮੀਟਰਸ ਤੱਕ ਦੇਖ ਸਕਦਾ ਆ, ਇਹ ਦੁਨੀਆ ਨੂੰ ਆਰ ਪਾਰ ਕਰ ਸਕਦੀਆਂ ਨੇ ਉਹਦੀਆਂ ਅੱਖਾਂ, ਇਨਸਾਨਾਂ ਨੂੰ ਆਰ ਪਾਰ ਕਰ ਸਕਦੀਆਂ ਨੇ ਉਹਦੀਆਂ ਅੱਖਾਂ। ਲੇਕਿਨ ਦੇਖੋ, ਉਹ ਪਰਮੇਸ਼ਰ, ਸੱਚਾ ਪਰਮੇਸ਼ਰ ਸੱਚੇ ਆਰਾਧਕਾਂ ਨੂੰ ਲੱਭਦਾ ਫਿਰਦਾ ਆ। ਐਸੇ ਆਰਾਧਕਾਂ ਨੂੰ ਲੱਭਦਾ ਆ, ਐਸੇ ਵਰਸ਼ਿਪਰਸ ਨੂੰ ਲੱਭ ਰਿਹਾ ਆ ਜਿਹੜੇ ਸੱਚਾਈ ਦੇ ਵਿੱਚ ਤੇ ਰੂਹ ਦੇ ਵਿੱਚ ਉਹਦੀ ਵਰਸ਼ਿਪ ਕਰਨ। ਆਮੀਨ। ਹੁਣ ਭਰਾਵੋ ਤੇ ਭੈਣੋ, ਇਹਦੇ ਨਾਲ ਮਿਲਦਾ ਹੀ ਸੰਤ ਮਤੀ ਦੇ 4ਵੇਂ ਚੈਪਟਰ ਦੇ ਵਿੱਚ ਜਾਵਾਂਗੇ ਆਪਾਂ। ਤੇ ਆਪਾਂ ਹੁਣ ਪੜ੍ਹ ਕੇ ਗਏ ਹੈਗੇ ਆ ਯਹੋਨਾ ਦਾ 4ਵਾਂ ਚੈਪਟਰ, ਲੇਕਿਨ ਆਓ ਦੇਖੀਏ ਸੰਤ ਮਤੀ ਦਾ 4ਵਾਂ ਚੈਪਟਰ ਦੇਖਾਂਗੇ ਤੇ ਪੜਾਂਗੇ ਆਪਾਂ 7ਵਾਂ 8ਵਾਂ 9ਵਾਂ ਵਰਸ ਪੜਾਂਗੇ ਆਪਾਂ ਧਿਆਨ ਦੇ ਨਾਲ। ਅੱਜ ਆਪਾਂ ਸੱਚੇ ਆਰਾਧਕਾਂ ਦੇ ਬਾਰੇ, ਜਾਨੀ ਕਿ ਪਰਮੇਸ਼ਰ ਦੀ ਆਰਾਧਨਾ ਬਾਰੇ, ਵਰਸ਼ਿਪ ਦੇ ਬਾਰੇ ਆਪਾਂ ਸਿੱਖ ਰਹੇ ਹਾਂ। ਆਪਾਂ ਦੇਖਿਆ ਸੰਤ ਯਹੋਨਾ ਦੇ 4ਵੇਂ ਚੈਪਟਰ ਦੇ ਵਿੱਚ ਕਿ ਪਰਮੇਸ਼ਰ ਲੱਭਦਾ ਫਿਰਦਾ ਸੱਚੇ ਆਰਾਧਕਾਂ ਨੂੰ। ਮੇਰਾ ਸਵਾਲ ਇਹ ਆ, ਕੀ ਤੁਸੀਂ ਸੱਚੇ ਆਰਾਧਕ ਹੋ ਜਾਂ ਨਹੀਂ? ਆਓ ਦੇਖੀਏ ਸੰਤ ਮਤੀ ਉਹਦਾ 4ਵਾਂ ਚੈਪਟਰ 7ਵਾਂ 8ਵਾਂ ਤੇ 9ਵਾਂ ਵਰਸ। ਜੀ ਹਾਂ, ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ। ਫਿਰ ਸ਼ੈਤਾਨ ਯਿਸੂ ਨੂੰ ਇੱਕ ਉੱਚੇ ਪਹਾੜ ਉੱਤੇ ਲੈ ਗਿਆ। ਉੱਥੇ ਉਸਨੇ ਯਿਸੂ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦੀ ਸ਼ਾਨ ਦਿਖਾਈ। ਸ਼ੈਤਾਨ ਨੇ ਕਿਹਾ, ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇ ਤੂੰ ਨਿਉਂ ਕੇ ਮੈਨੂੰ ਪ੍ਰਣਾਮ ਕਰੇ। ਜੇ ਤੂੰ ਨਿਉਂ ਕੇ, ਝੁਕ ਕੇ ਮੈਨੂੰ ਪ੍ਰਣਾਮ ਕਰੇ, ਮੈਨੂੰ ਵਰਸ਼ਿਪ ਕਰੇ, ਮੈਨੂੰ ਆਰਾਧਨਾ ਦੇਵੇ। ਸ਼ੈਤਾਨ ਆਰਾਧਨਾ ਲੱਭਦਾ ਆ, ਪਰਮੇਸ਼ਰ ਪਿਤਾ ਸੱਚੇ ਆਰਾਧਕ ਨੂੰ ਲੱਭਦਾ ਆ। ਸ਼ੈਤਾਨ ਵਰਸ਼ਿਪ ਲੱਭ ਰਿਹਾ ਆ, ਲੇਕਿਨ ਪਰਮੇਸ਼ਰ ਵਰਸ਼ਿਪਰਸ ਲੱਭ ਰਿਹਾ ਆ। ਦੇਖ ਲਓ ਤੁਸੀਂ ਫਰਕ ਕਿੰਨਾ ਇਹਦੇ ਵਿੱਚ। ਮੈਂ ਸੋ ਭਰਾਵੋ ਤੇ ਭੈਣੋ, ਆਪਾਂ ਵਰਸ਼ਿਪ ਤੇ ਜ਼ਿਆਦਾ ਧਿਆਨ ਨਹੀਂ ਦੇਣਾ, ਆਪਾਂ ਵਰਸ਼ਿਪਰਸ ਤੇ ਜ਼ਿਆਦਾ ਧਿਆਨ ਨਹੀਂ ਦੇਣਾ। ਆਪਾਂ ਆ ਨਹੀਂ ਦੇਖਣਾ ਵੀ ਸਾਡੀ ਵਰਸ਼ਿਪ ਕਿੱਦਾਂ ਆ, ਆਪਾਂ ਆ ਦੇਖਣਾ ਕਿ ਕੀ ਅਸੀਂ ਸੱਚੇ ਆਰਾਧਕ ਹਾਂ, ਕੀ ਅਸੀਂ ਟਰੂ ਵਰਸ਼ਿਪਰ ਹਾਂ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਲੱਭਦਾ ਫਿਰਦਾ ਆ ਸੱਚੇ ਆਰਾਧਕਾਂ ਨੂੰ। ਸੱਚੇ ਆਰਾਧਕ ਕਿਹੜੇ ਹੁੰਦੇ ਨੇ? ਉਹ ਹੁੰਦੇ ਨੇ ਜਿਹੜੇ ਸੱਚ ਦੇ ਵਿੱਚ ਤੇ ਰੂਹ ਦੇ ਵਿੱਚ ਆਰਾਧਨਾ ਕਰਦੇ ਨੇ। ਕੀ ਤੁਹਾਡੀ ਜ਼ਿੰਦਗੀ ਸੱਚ ਤੇ ਚੱਲ ਰਹੀ ਹੈ? ਕੀ ਤੁਹਾਡੀ ਜ਼ਿੰਦਗੀ
ਰੂਹ ਦੇ ਵਿੱਚ ਚੱਲ ਰਹੀ ਹੈ। ਸੱਚ ਤੇ ਜ਼ਿੰਦਗੀ ਉਹਦੀ ਚੱਲ ਸਕਦੀ ਆ ਜਿਹਦੇ ਦਿਲ ਦੇ ਵਿੱਚ ਪਹਿਲਾਂ ਪਰਮੇਸ਼ਰ ਦਾ ਸੱਚਾ ਵਚਨ ਹੋਵੇ, ਜਿਹਦੇ ਮਨ ਵਿੱਚ ਪਰਮੇਸ਼ਰ ਦਾ ਸੱਚਾ ਵਚਨ ਹੋਵੇ, ਜਿਹਦੀ ਜ਼ਿੰਦਗੀ ਦੇ ਵਿੱਚ ਝੂਠ ਨਾ ਹੋਵੇ, ਸੱਚਾਈ ਹੋਵੇ। ਆਮੇਨ। ਜਿਹੜਾ ਹਰ ਪਾਸਿਓਂ ਸੱਚਾ ਹੋਵੇ ਤੇ ਆਪਣੇ ਅੰਦਰ ਵੀ ਸੱਚ ਰੱਖੇ, ਉਹਦੇ ਮੂੰਹ ਤੋਂ ਬਾਹਰ ਵੀ ਸੱਚ ਹੀ ਆਵੇ। ਆਮੇਨ। ਜਿਹਦੀ ਸੱਚੀ ਗਵਾਹੀ ਹੋਵੇ, ਝੂਠੀ ਗਵਾਹੀ ਨਹੀਂ, ਸੱਚੀ ਗਵਾਹੀ ਹੋਵੇ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਪਰਮੇਸ਼ਰ ਉਹਨਾਂ ਆਰਾਧਕਾਂ ਨੂੰ ਲੱਭ ਰਿਹਾ ਆ ਜਿਹੜੇ ਸੱਚ ਵਿੱਚ ਤੇ ਰੂਹ ਦੇ ਵਿੱਚ। ਰੂਹ ਦੇ ਵਿੱਚ ਕੀ ਮਤਲਬ? ਜਾਣੀ ਕਿ ਜਿਨ੍ਹਾਂ ਨੇ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰ ਲਿਆ ਆ ਤੇ ਰੂਹ ਦੇ ਵਿੱਚ ਨਇਆ ਜਨਮ ਪ੍ਰਾਪਤ ਕਰ ਲਿਆ ਆ। ਆਮੇਨ। ਸੋ ਯਿਸੂ ਮਸੀਹ ਜੀ ਨੂੰ ਸਵੀਕਾਰ ਕਰਕੇ ਰੂਹ ਦੇ ਵਿੱਚ ਨਇਆ ਜਨਮ ਲੈ ਕੇ, ਰੂਹ ਦੇ ਵਿੱਚ ਚੱਲਣਾ, ਰੂਹ ਦੇ ਵਿੱਚ ਤੁਰਨਾ, ਰੂਹ ਦੀ ਗਾਈਡੈਂਸ ਦੇ ਮੁਤਾਬਿਕ ਅੱਗੇ ਵਧਣਾ ਤੇ ਰੂਹ ਦੇ ਵਿੱਚ ਹੀ ਭਰ ਜਾਣਾ। ਪ੍ਰਭੂ ਤੇ ਬਣੋ। ਜਦੋਂ ਤੁਹਾਡੀ ਜ਼ਿੰਦਗੀ ਸੱਚ ਨਾਲ ਭਰ ਗਈ, ਜਦੋਂ ਤੁਹਾਡੀ ਜ਼ਿੰਦਗੀ ਰੂਹ ਨਾਲ ਭਰ ਗਈ, ਜਦੋਂ ਤੁਹਾਡੀਆਂ ਸੋਚਾਂ ਸੱਚ ਨਾਲ ਭਰ ਗਈਆਂ, ਜਦੋਂ ਤੁਹਾਡੀਆਂ ਸੋਚਾਂ ਰੂਹ ਨਾਲ ਭਰ ਗਈਆਂ, ਜਦੋਂ ਤੁਹਾਡੇ ਲਫ਼ਜ਼ ਸੱਚ ਨਾਲ ਭਰ ਗਏ, ਜਦੋਂ ਤੁਹਾਡੇ ਲਫ਼ਜ਼ ਰੂਹ ਨਾਲ ਭਰ ਗਏ, ਪ੍ਰਭੂ ਤੇ ਭੈਣੋ, ਉਦੋਂ ਤੁਸੀਂ ਸੱਚੇ ਆਰਾਧਕ ਬਣ ਜਾਵੋਗੇ। ਯਾਦ ਰੱਖੋ, ਪਰਮੇਸ਼ਰ ਤੁਹਾਡੀ ਆਰਾਧਨਾ ਨਹੀਂ ਭਾਲ ਰਿਹਾ, ਉਹ ਸ਼ੈਤਾਨ ਆ ਜਿਹੜਾ ਆਰਾਧਨਾ ਭਾਲ ਰਿਹਾ ਆ। ਜਿਹਨੇ ਕਿਹਾ ਸੀਗਾ ਪ੍ਰਭੂ ਯਿਸੂ ਨੂੰ, ਜੇ ਝੁੱਕ ਕੇ ਤੂੰ ਮੈਨੂੰ ਆਰਾਧਨਾ ਦੇਵੇਂ, ਜੇ ਝੁੱਕ ਕੇ ਤੂੰ ਮੈਨੂੰ ਵਰਸ਼ਿਪ ਕਰੇ, ਮੈਂ ਤੈਨੂੰ ਸਭ ਕੁਝ ਦੇ ਦੂੰ। ਸ਼ੈਤਾਨ ਸਿਰਫ ਵਰਸ਼ਿਪ ਭਾਲ ਰਿਹਾ ਆ, ਲੇਕਿਨ ਉਹਨੂੰ ਕੋਈ ਮਤਲਬ ਨਹੀਂ ਬੰਦਾ ਸੱਚ ਵਿੱਚ ਆ, ਉਹਨੂੰ ਕੋਈ ਮਤਲਬ ਨਹੀਂ ਬੰਦਾ ਰੂਹ ਦੇ ਵਿੱਚ ਆ, ਨਹੀਂ। ਲੇਕਿਨ ਆਪਣੇ ਪਰਮੇਸ਼ਰ ਪਿਤਾ ਨੂੰ ਉਹ ਸਿਰਫ ਆਪਣੀ ਆਰਾਧਨਾ ਨਹੀਂ ਢੂੰਡ ਰਿਹਾ ਵੀ ਆਪਣੇ ਮੂੰਹ ਚੋਂ ਕੀ ਨਿਕਲ ਰਿਹਾ, ਆਪਣੇ ਗੀਤ ਕਿੰਨੇ ਸੋਹਣੇ ਨੇ, ਆਪਾਂ ਕਿੰਨਾ ਸੋਹਣਾ ਗਾਉਂਦੇ ਆ, ਆਪਾਂ ਕਿੰਨੀ ਸੋਹਣੀ ਪਰਫਾਰਮੈਂਸ ਕਰਦੇ ਆ, ਕਿੰਨੇ ਸੋਹਣੇ ਆਪਣੇ ਗੀਤ ਹੁੰਦੇ ਨੇ, ਕਿੰਨੇ ਸੋਹਣੇ ਆਪਣੇ ਬੋਲ ਹੁੰਦੇ ਨੇ। ਪਰਮੇਸ਼ਰ ਭਾਲ ਰਿਹਾ ਆ ਕਿ ਆਪਣਾ ਦਿਲ ਕਿੰਨਾ ਸੋਹਣਾ ਆ। ਆਮੇਨ। ਆਪਣਾ ਮਨ ਕਿੰਨਾ ਸੋਹਣਾ ਆ, ਆਪਣੀ ਜ਼ੁਬਾਨ ਕਿੰਨੀ ਸੋਹਣੀ ਆ। ਪਰਮੇਸ਼ਰ ਚਾਹੁੰਦਾ ਆ ਕਿ ਉਹ ਤੋਂ ਪਹਿਲਾਂ ਕਿ ਆਪਾਂ ਪਰਮੇਸ਼ਰ ਨੂੰ ਆਰਾਧਨਾ ਦਈਏ, ਆਪਣੀ ਜ਼ਿੰਦਗੀ ਸੱਚ ਨਾਲ, ਆਪਣੀ ਜ਼ਿੰਦਗੀ ਰੂਹ ਨਾਲ ਭਰੀ ਹੋਵੇ। ਪ੍ਰਭੂ ਦਾ ਵਚਨ ਕਹਿੰਦਾ ਆ ਇੱਕ ਨਲ ਵਿੱਚੋਂ ਮਿੱਠਾ ਤੇ ਕੌੜਾ ਪਾਣੀ ਨਹੀਂ ਨਿਕਲ ਸਕਦਾ। ਆਮੇਨ। ਜਾਣੀ ਕਿ ਕੀ ਚਾਹੀਦਾ ਆ ਕਿ ਮਿੱਠਾ ਪਾਣੀ ਹੀ ਨਿਕਲੇ। ਜੇ ਆਪਣੇ ਮੂੰਹ ਦੇ ਵਿੱਚੋਂ ਮਿੱਠਾ ਪਾਣੀ ਨਿਕਲ ਰਿਹਾ ਆ ਤੇ ਪ੍ਰਭੂ ਤੇ ਪਹਿਲਾਂ ਕੌੜਾ ਨਹੀਂ ਨਿਕਲਣਾ ਚਾਹੀਦਾ। ਇੰਜ ਨਹੀਂ ਹੋਣਾ ਚਾਹੀਦਾ ਕਿ ਆਪਣੇ ਘਰ ਵਿੱਚ ਕੌੜਾ ਪਾਣੀ ਨਿਕਲੇ ਮੂੰਹ ਦੇ ਵਿੱਚੋਂ ਤੇ ਕਲੀਸਿਆ ਦੇ ਵਿੱਚ ਆ ਕੇ ਆਪਾਂ ਮਿੱਠਾ ਪਾਣੀ ਕੱਢਣ ਦੀ ਕੋਸ਼ਿਸ਼ ਕਰੀਏ। ਇੰਜ ਨਹੀਂ ਚਾਹੀਦਾ ਹੁੰਦਾ ਕਿ ਆਪਣੇ ਕੰਮ ਤੇ ਆਪਣੇ ਮੂੰਹ ਦੇ ਵਿੱਚੋਂ ਕੌੜੇ ਪਾਣੀ ਨਿਕਲਣ, ਲੇਕਿਨ ਇਸ ਚਰਚ ਵਿੱਚ ਆ ਕੇ ਆਪਾਂ ਮਿੱਠਾ ਪਾਣੀ ਕੱਢਣ ਦੀ ਕੋਸ਼ਿਸ਼ ਕਰੀਏ। ਤੇ ਫਿਰ ਕਈ ਵਾਰ ਭੈਣ ਭਰਾ ਕਹਿ ਦਿੰਦੇ ਨੇ, ਪਾਸਟਰ ਜੀ ਮਸਾ ਕਿਉਂ ਨਹੀਂ ਉਤਰਦਾ ਜਦੋਂ ਅਸੀਂ ਬੋਲਦੇ ਹਾਂ, ਜਾਂ ਜਦੋਂ ਅਸੀਂ ਗਾਉਂਦੇ ਹਾਂ, ਜਾਂ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਮਸਾ ਕਾਹਤੋਂ ਨਹੀਂ ਉਤਰਦਾ? ਪ੍ਰਭੂ ਤੇ ਭੈਣੋ, ਪਵਿੱਤਰ ਆਤਮਾ ਸੱਚ ਦਾ ਆਤਮਾ ਹੈ। ਜੇ ਆਪਣੀ ਜ਼ਿੰਦਗੀ ਸੱਚ ਤੇ ਚੱਲੇਗੀ, ਜੇ ਆਪਣਾ ਦਿਲ, ਆਪਣੇ ਬੋਲਾਂ, ਆਪਣੀ ਜ਼ੁਬਾਨ, ਆਪਣਾ ਮੂੰਹ, ਆਪਣੀਆਂ ਸੋਚਾਂ ਯਾਨੀ ਕਿ ਆਪਣਾ ਮਨ ਸੱਚ ਦੇ ਵਿੱਚ ਮਜ਼ਬੂਤ ਹੋਵੇਗਾ ਤੇ ਰੂਹ ਦੇ ਵਿੱਚ ਮਜ਼ਬੂਤ ਹੋਵੇਗਾ, ਤਦ ਹੀ ਆਪਾਂ ਬਣ ਜਾਵਾਂਗੇ। ਕੀ ਬਣ ਜਾਵਾਂਗੇ? ਸੱਚੇ ਆਰਾਧਕ, ਟਰੂ ਵਰਸ਼ਿਪਰਸ। ਪਰਮੇਸ਼ਵਰ ਚਾਹੁੰਦਾ ਆ ਕਿ ਆਪਾਂ ਸੱਚੇ ਆਰਾਧਕ ਬਣੀਏ। ਵਚਨ ਕਹਿੰਦਾ ਹੈ ਉਹ ਲੱਭਦਾ ਫਿਰਦਾ ਆ, ਉਹ ਢੂੰਡਦਾ ਫਿਰਦਾ ਆ। ਕੀ ਕਮੀ ਆ ਪਰਮੇਸ਼ਰ ਕੋਲੇ ਸੁਰਗਾਂ ਦੇ ਵਿੱਚ? ਉਹ ਸੋਨੇ ਦਾ, ਉਹ ਚਾਂਦੀ ਦਾ, ਉਹ ਹੀਰੇ ਜਵਾਹਰਾਤ, ਸਾਰਿਆਂ ਦਾ ਪਰਮੇਸ਼ਰ ਆ, ਸਾਰਿਆਂ ਦਾ ਰੱਬ ਆ। ਕੋਈ ਚੀਜ਼ ਦੀ ਕਮੀ ਨਹੀਂ ਗੀ ਪਰਮੇਸ਼ਰ ਕੋਲੇ। ਲੇਕਿਨ ਪ੍ਰਭੂ ਦਾ ਵਚਨ ਕਹਿੰਦਾ ਹੈ, ਦੱਸਦਾ ਹੈ ਪਰਮੇਸ਼ਰ ਦਾ ਵਚਨ, ਕਿ ਦੂਤ ਵੀ ਉਸ ਤਰ੍ਹਾਂ ਦੀ ਆਰਾਧਨਾ ਪਰਮੇਸ਼ਰ ਨੂੰ ਨਹੀਂ ਦੇ ਸਕਦੇ ਜਿਹੜੀ ਆਰਾਧਨਾ ਪਰਮੇਸ਼ਰ ਲੱਭ ਰਿਹਾ ਹੈ, ਜਿਹੜੇ ਆਰਾਧਕਾਂ ਨੂੰ ਪਰਮੇਸ਼ਰ ਲੱਭ ਰਿਹਾ ਹੈ। ਪਰਮੇਸ਼ਰ ਸੱਚੇ ਆਰਾਧਕਾਂ ਨੂੰ ਲੱਭਦਾ ਫਿਰਦਾ ਹੈ। ਉਹਦੀਆਂ ਨਜ਼ਰਾਂ, ਉਹਦੀਆਂ ਨਿਗਾਹਾਂ ਸੱਚੇ ਆਰਾਧਕਾਂ ਵੱਲ ਨੂੰ ਭੱਜਦੀਆਂ ਨੇ ਵੀ ਜਿਹੜੇ ਰੂਹ ਦੇ ਵਿੱਚ ਤੇ ਸੱਚ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਕਰਦੇ ਹੈਗੇ ਨੇ। ਪ੍ਰਭੂ ਜੀ ਬਣੋ, ਆਪਾਂ ਇਹ ਧਿਆਨ ਨਹੀਂ ਲੈਣਾ ਕਿ ਆਪਣੀ ਆਰਾਧਨਾ ਕਿੰਨੀ ਸੋਹਣੀ ਆ, ਆਪਾਂ ਇਹ ਧਿਆਨ ਲੈਣਾ ਆ ਕਿ ਆਪਾਂ ਕਿੰਨੇ ਸੱਚੇ ਆਰਾਧਕ ਆ। ਸੱਚੇ ਆਰਾਧਕ ਬਣਨਾ ਆ, ਕਿਉਂਕਿ ਸੱਚੇ ਆਰਾਧਕ ਨੂੰ ਹੀ ਪਰਮੇਸ਼ਰ ਲੱਭਦਾ ਫਿਰਦਾ ਹੈ। ਤੇ ਜਿਹਨੂੰ ਪਰਮੇਸ਼ਰ ਨੇ ਲੱਭ ਲਿਆ, ਜਿਹੜਾ ਕੋਈ ਉਹਦੀ ਨਜ਼ਰਾਂ ਦੇ ਵਿੱਚ, ਉਹਦੀ ਨਿਗਾਹਾਂ ਦੇ ਵਿੱਚ ਸੱਚਾ ਆਰਾਧਕ, ਟਰੂ ਵਰਸ਼ਿਪਰ ਠਹਿਰਾਇਆ ਗਿਆ, ਪ੍ਰਭੂ ਤੇ ਭੈਣੋ, ਉਹਦੀਆਂ ਦੁਆਵਾਂ ਵੀ ਆਰਾਧਨਾ ਬਣ ਕੇ ਜਾਣਗੀਆਂ, ਉਹਦੇ ਗੀਤ ਵੀ ਆਰਾਧਨਾ ਬਣ ਕੇ ਜਾਣਗੇ, ਉਹਦਾ ਬੋਲਿਆ ਕੋਈ ਸ਼ਬਦ ਵੀ ਆਰਾਧਨਾ ਬਣ ਕੇ ਜਾਵੇਗਾ।
ਆਮੇਨ। ਉਹਦੇ ਮੂੰਹ ਚੋਂ ਜੋ ਵੀ ਨਿਕਲੇਗਾ ਉਹ ਆਰਾਧਨਾ ਬਣ ਕੇ ਹੀ ਜਾਵੇਗਾ ਤੇ ਪਰਮੇਸ਼ਰ ਉਹਨੂੰ ਸਵੀਕਾਰ ਕਰੇਗਾ। ਕਿਉਂ? ਕਿਉਂਕਿ ਉਹਦੀ ਜ਼ਿੰਦਗੀ ਸੱਚ ਤੇ ਰੂਹ ਦੇ ਉੱਤੇ ਖੜੀ ਹੈ ਤੇ ਉਹ ਰੂਹ ਦੇ ਵਿੱਚ ਮਜ਼ਬੂਤ ਹੈ। ਆਮੇਨ। ਸੱਚੇ ਆਰਾਧਕ ਲੱਭ ਰਿਹਾ ਆ ਤੇ ਸੱਚੇ ਆਰਾਧਕ ਬਣਨਾ ਹੈ ਆਪਾਂ। ਆਮੇਨ। ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਪ੍ਰਭੂ ਦੇ ਬਾਰੇ। 2 ਕੋਰਿੰਥੀਅਨ ਵਿੱਚ ਦੇਖਾਂਗੇ, ਸੈਕੰਡ ਕ੍ਰੋਨਿਕਸ ਪੁਰਾਣੇ ਨੇਮ ਦੇ ਵਿੱਚ 2 ਕ੍ਰੋਨਿਕਲਸ ਦੇ 29th ਚੈਪਟਰ ਦੇ ਵਿੱਚ ਦੇਖਾਂਗੇ ਆਪਾਂ ਤੇ ਉਹਦਾ 28ਵਾਂ ਵਰਸ ਆਪਾਂ ਪੜਾਂਗੇ। ਆਮੇਨ। 2 ਕ੍ਰੋਨਿਕਲਸ ਚੈਪਟਰ 29 ਵਰਸ 28। ਆਮੇਨ। ਹੁਣ ਕਈ ਲੋਕ ਸੋਚਦੇ ਨੇ ਜਿਹੜਾ ਗਾਣਾ ਆ, ਵਰਸ਼ਿਪ ਕਰਨਾ ਆ, ਗੀਤ ਗਾਣੇ ਨੇ ਉਹ ਵਰਸ਼ਿਪ ਆ। ਲੇਕਿਨ ਤੁਹਾਨੂੰ ਪਤਾ ਕਿ ਪੁਰਾਣੇ ਨੇਮ ਦੇ ਵਿੱਚ ਗੀਤ ਗਾਣ ਵਾਲੇ ਅਲੱਗ ਹੁੰਦੇ ਸੀਗੇ ਤੇ ਵਰਸ਼ਿਪ ਕਰਨ ਵਾਲੇ ਅਲੱਗ ਹੁੰਦੇ ਸੀ। ਐਸੇ ਲੋਕ ਵੀ ਸੀਗੇ ਪੁਰਾਣੇ ਨੇਮ ਦੇ ਵਿੱਚ ਜਿਹੜੇ ਵਰਸ਼ਿਪ ਕਰਦੇ ਸੀ, ਲੇਕਿਨ ਐਸੇ ਲੋਕ ਵੀ ਸੀ ਜਿਹੜੇ ਗੀਤ ਗਾਉਂਦੇ ਸੀ। ਉਹ ਜਿਹੜੇ ਗੀਤ ਗਾਉਂਦੇ ਸੀ ਸਿਰਫ ਉਹ ਗੀਤ ਗਾ ਰਹੇ ਸੀ, ਲੇਕਿਨ ਹੋ ਸਕਦਾ ਸੀ ਕਿ ਉਹ ਵਰਸ਼ਿਪ ਨਹੀਂ ਕਰ ਰਹੇ ਸੀ। ਲੇਕਿਨ ਐਸੇ ਲੋਕ ਵੀ ਸੀ ਜਿਹੜੇ ਵਰਸ਼ਿਪ ਕਰਦੇ ਸੀ। ਆਓ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚ। ਉਹ ਸਮਾਂ ਜਦੋਂ ਬਲੀਆਂ ਦਿੱਤੀਆਂ ਜਾਂਦੀਆਂ ਸੀਗੀਆਂ, ਜਦੋਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸੀ, ਜਿਉਂ-ਜਿਉਂ ਕੁਰਬਾਨੀ ਚੱਲਦੀ ਸੀ ਤਿਉਂ-ਤਿਉਂ ਪਿੱਛੇ ਵਰਸ਼ਿਪ ਹੋ ਰਹੀ ਹੁੰਦੀ ਸੀ ਤੇ ਗੀਤ ਗਾਏ ਜਾ ਰਹੇ ਸੀਗੇ। ਲੇਕਿਨ ਧਿਆਨ ਦੇ ਨਾਲ ਦੇਖਾਂਗੇ ਆਪਾਂ ਇਹ ਵਰਸ 2 ਕ੍ਰੋਨਿਕਲ ਚੈਪਟਰ 29 ਵਰਸ 28। ਜੀ ਹਾਂ। ਸਾਰੀ ਸੰਗਤ ਆਰਾਧਨਾ ਵਿੱਚ ਅਤੇ ਮਹਿਮਾ ਦੇ ਗੀਤ ਵਿੱਚ ਹਿੱਸਾ ਲੈ ਰਹੀ ਸੀ ਅਤੇ ਸਾਜ਼ ਉਸ ਸਮੇਂ ਤੱਕ ਵੱਜਦੇ ਰਹੇ ਜਦੋਂ ਤੱਕ ਬਲੀਆਂ ਹੋਮ ਦੇ ਲਈ ਬਲਦੀਆਂ ਰਹੀਆਂ। ਜੇ ਆਪਾਂ ਦੂਸਰੇ ਟ੍ਰਾਂਸਲੇਸ਼ਨ ਵਿੱਚ ਦੇਖੀਏ, ਪੰਜਾਬੀ ਦੇ ਵਿੱਚ ਸ਼ਾਇਦ ਉਹਦੇ ਵਿੱਚ ਹੋਰ ਕਲੀਅਰ ਹੋ ਜਾਏ, ਲੇਕਿਨ ਓਰੀਜਨਲ ਵਿੱਚ ਲਿਖਿਆ ਹੈਗਾ ਆ ਕਿ ਸਾਰੀ ਸੰਗਤ ਆਰਾਧਨਾ ਵਿੱਚ ਲੱਗੀ ਹੋਈ ਸੀ ਤੇ ਜਿਹੜੇ ਗੀਤ ਗਾਉਣ ਵਾਲੇ ਸੀ ਉਹ ਗੀਤ ਗਾ ਰਹੇ ਸੀਗੇ। ਜਿਉਂ-ਜਿਉਂ ਬਲੀਆਂ ਚੜਾਈਆਂ ਜਾ ਰਹੀਆਂ ਸੀਗੀਆਂ ਤਿਉਂ-ਤਿਉਂ ਆਰਾਧਨਾ ਚੱਲਦੀ ਸੀ ਤੇ ਗੀਤ ਵੀ ਚੱਲਦੇ ਸੀ। ਯਾਨੀ ਕਿ ਦੋ ਚੀਜ਼ਾਂ ਵੱਖਰੀਆਂ ਨੇ। ਗੀਤ ਗਾਣ ਨੂੰ ਆਪਾਂ ਆਰਾਧਨਾ ਨਹੀਂ ਕਹਿ ਸਕਦੇ, ਲੇਕਿਨ ਆਰਾਧਨਾ ਦੇ ਜਦੋਂ ਗੱਲ ਆਂਦੀ ਆ ਉੱਥੇ ਦਿਲ ਦਾ ਰਿਸ਼ਤਾ ਹੁੰਦਾ ਹੈ ਪ੍ਰਭੂ ਦੇ ਭੈਣੋ। ਉੱਥੇ ਸੱਚਾਈ ਦੇ ਵਿੱਚ ਤੇ ਉੱਥੇ ਰੂਹ ਦੇ ਵਿੱਚ ਜ਼ਿੰਦਗੀ ਜਿਹੜੀ ਮਜ਼ਬੂਤੀ ਨਾਲ ਖੜੀ ਹੁੰਦੀ ਆ। ਕਹਿ ਸਕਦੇ ਆ ਵੀ ਵਾਓ, ਫਲਾਨਾ ਸੱਚਾ ਆਰਾਧਕ ਆ, ਫਲਾਨਾ ਟਰੂ ਵਰਸ਼ਿਪਰ ਆ। ਫਿਰ ਉਹਨੂੰ ਗਾਣਾ ਆਂਦਾ ਹੋਵੇ ਜਾਂ ਗਾਣਾ ਨਹੀਂ ਆਂਦਾ ਹੋਵੇ, ਉਹਦੇ ਵਿੱਚ ਕੋਈ ਮਤਲਬ ਨਹੀਂ। ਮੈਨੂੰ ਇੱਕ ਕਹਾਣੀ ਯਾਦ ਆ ਗਈ ਹੈਗੀ ਹੈ, ਗੱਲ ਯਾਦ ਆ ਗਈ ਹੈ, ਇੱਕ ਸੱਚੀ ਗੱਲ ਹੈਗੀ ਆ। ਕੈਥਰੀਨ ਕੁਲਮਨ ਹੋਣਾ ਦੀ ਮਿਨਿਸਟਰੀ ਹਜੇ ਸ਼ੁਰੂ ਨਹੀਂ ਹੋਈ ਸੀ। ਉਹ ਇੱਕ ਚਰਚ ਨੂੰ ਵਿਜ਼ਿਟ ਕਰਨ ਗਏ ਤੇ ਕੈਥਰੀਨ ਕੁਲਮਨ ਜਾਂਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਦੋਸਤ ਫਰੈਂਡ ਜਾਂਦੀ ਹੈਗੀ ਆ ਤੇ ਜਿਹੜੀ ਗੌਸਪਲ ਸਿੰਗਰ ਸੀ ਤੇ ਉਹ ਗਾਉਂਦੇ ਸੀ। ਤੇ ਜਦੋਂ ਉੱਥੇ ਬੈਠੇ ਸੀ ਤੇ ਪਾਸਟਰ ਨੇ ਦੇਖਿਆ, ਵੀ ਪਾਸਟਰ ਨੇ ਪਛਾਣ ਲਿਆ ਤੇ ਪਾਸਟਰ ਨੇ ਕਿਹਾ ਵੀ ਵਾਹ, ਸਾਡੇ ਨਾਲ ਇੱਕ ਫਲਾਨੀ ਭੈਣ ਆਈ ਹੈਗੀ ਆ ਜਿਹੜੀ ਗਾਉਂਦੀ ਹੈਗੀ ਆ ਤੇ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੁੰਦਾ। ਜਿਹੜੀਆਂ ਦੋਨੋਂ ਭੈਣਾਂ ਹੈਗੀਆਂ ਨੇ ਉਹ ਗਾਉਂਦੀਆਂ ਹੈਗੀਆਂ ਨੇ ਤੇ ਮੈਂ ਉਹਨਾਂ ਦੋਨਾਂ ਨੂੰ ਇਨਵਾਈਟ ਕਰਾਂਗਾ ਅੱਗੇ। ਤੇ ਕੈਥਰੀਨ ਕੁਲਮਨ ਪਿੱਛੇ ਇਸ਼ਾਰੇ ਕਰ ਰਹੀ ਸੀ ਵੀ ਨਹੀਂ, ਮੈਂ ਨਹੀਂ ਕਿਉਂਕਿ ਮੈਂ ਗਾਉਂਦੀ ਨਹੀਂ ਗਈ ਨਾ। ਲੇਕਿਨ ਪਾਸਟਰ ਨੇ ਦੋਨਾਂ ਨੂੰ ਅੱਗੇ ਸੱਦ ਲਿਆ। ਪਹਿਲਾਂ ਇੱਕ ਦੀ ਵਾਰੀ ਆਈ ਤੇ ਉਹਨੇ ਗੀਤ ਗਾਇਆ ਤੇ ਜਦੋਂ ਉਹਨੇ ਵਰਸ਼ਿਪ ਕੋਈ ਹਿਮਨ ਗਾਇਆ ਤੇ ਉਹਦੇ ਨਾਲ ਕਹਿ ਲੋ ਕਿ ਬੜੀ ਸੋਹਣੀ ਆਵਾਜ਼, ਬੜੀ ਜ਼ਬਰਦਸਤ ਤਰੀਕੇ ਦੇ ਨਾਲ ਉਹਨੇ ਪਰਫਾਰਮ ਕੀਤਾ ਤੇ ਬਹੁਤ ਅੱਛਾ ਵਰਸ਼ਿਪ ਸੌਂਗ ਉਹਨੇ ਗਾਇਆ। ਲੋਕਾਂ ਨੇ ਤਾੜੀਆਂ ਮਾਰੀਆਂ ਤੇ ਪ੍ਰਭੂ ਨੂੰ ਮਹਿਮਾ ਦਿੱਤੀ, ਜਲਾਲ ਦਿੱਤਾ। ਤੇ ਉਹਦੇ ਬਾਅਦ ਪਾਸਟਰ ਕਹਿੰਦਾ ਵੀ ਦੂਸਰੀ ਭੈਣ ਆਈ ਆ, ਉਹ ਵੀ ਅੱਗੇ ਆ ਕੇ ਇੱਕ ਗੀਤ ਜਿਹੜਾ ਹੈ ਆਪਣੇ ਨਾਲ ਸ਼ੇਅਰ ਕਰਨਗੇ। ਤੇ ਉਹ ਕਹਿੰਦੀ ਪਾਸਟਰ ਜੀ ਮੈਂ ਗਾਉਂਦੀ ਨਹੀਂ। ਤੇ ਪਾਸਟਰ ਕਹਿੰਦਾ ਕੋਈ ਗੱਲ ਨਹੀਂ, ਕੁਝ ਵੀ ਗਾ ਦਿਓ ਤੁਸੀਂ ਜੋ ਤੁਹਾਡੇ ਦਿਲ ਵਿੱਚ ਆਇਆ। ਤੇ ਉਹਨਾਂ ਨੇ ਅੱਗੇ ਆ ਕੇ ਹਾਊ ਗ੍ਰੇਟ ਥਾਊ ਆਰਟ ਇਹ ਗਾਇਆ। ਆਮੇਨ। ਕਿ ਪਰਮੇਸ਼ਰ ਤੂੰ ਹੈ ਮਹਾਨ। ਆਮੇਨ। ਤੇ ਜਦੋਂ ਉਹਨਾਂ ਨੇ ਗਾਣਾ ਸ਼ੁਰੂ ਕੀਤਾ, ਲੋਕਾਂ ਦੇ ਅੱਖਾਂ ਦੇ ਵਿੱਚ ਅੰਦਰੋਂ ਆਣੇ ਸ਼ੁਰੂ ਹੋ ਗਏ। ਆਮੇਨ। ਲੋਕ ਰੋਣ ਲੱਗ ਗਏ। ਤੇ ਉਹ ਤੋਂ ਬਾਅਦ ਦੱਸਦਾ ਹੈਗਾ ਆ ਟੈਸਟੀਮਨੀ ਕਿ ਜਦੋਂ ਉਹਨਾਂ ਨੇ ਦੂਸਰਾ ਟੱਪਾ ਗਾਣਾ ਸ਼ੁਰੂ ਕੀਤਾ, ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਗੋਡੀਆਂ ਲਾਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਤੀਸਰਾ ਟੱਪਾ ਗਾਇਆ, ਲੋਕ ਕੁਰਸੀ ਤੇ ਬੈਠੇ ਐਂ ਡਿੱਗ ਪਿਆ ਕਰਨ, ਸਾਰੇ ਪਾਸੇ ਮਸਾ ਛਾਣ ਲੱਗ ਗਿਆ। ਜਦੋਂ ਉਹਨਾਂ ਨੇ ਆਖਰੀ ਟੱਪਾ ਗਾਇਆ, ਲੋਕ ਹੀਲ ਹੋਣੇ ਸ਼ੁਰੂ ਹੋ ਗਏ। ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ, ਆਈ ਐਮ ਹੀਲ, ਮੇਰੀ ਅੱਖਾਂ ਖੁੱਲ ਗਈਆਂ, ਮੇਰੇ ਕੰਨ ਖੁੱਲ ਗਏ, ਮੇਰਾ ਦਰਦ ਚਲਾ ਗਿਆ, ਮੇਰੀ ਬਿਮਾਰੀ ਚਲੀ ਗਈ। ਵਾਹ! ਉਹ ਭੈਣ ਕੈਥਰੀਨ ਕੁਲਮਨ ਗਾਣ ਦੇ ਵਿੱਚ ਉਹਦੀ ਆਵਾਜ਼ ਠੀਕ ਨਹੀਂ ਸੀ, ਲੇਕਿਨ ਉਹ ਸੱਚੀ ਆਰਾਧਕ ਸੀ। ਤੇ ਜਦੋਂ ਸੱਚਾ ਆਰਾਧਕ ਇੱਕ ਪ੍ਰੇਅਰ ਵੀ ਕਰਦਾ ਆ, ਸੱਚਾ ਆਰਾਧਕ ਇੱਕ ਦੁਆ ਵੀ ਕਰਦਾ ਆ, ਕਿਸੇ ਉੱਤੇ ਹੱਥ ਵੀ ਰੱਖ ਦਿੰਦਾ ਆ, ਕੋਈ ਸੌਂਗ ਵੀ ਗਾ ਦਿੰਦਾ ਆ, ਤੇ ਪਰਮੇਸ਼ਰ ਦਾ ਮਸਾ, ਪਰਮੇਸ਼ਰ ਦੀ ਹਜ਼ੂਰੀ ਪੂਰੀ ਤਰ੍ਹਾਂ ਦੇ ਨਾਲ ਛਾ ਜਾਂਦੀ ਹੈਗੀ ਆ ਤੇ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਘੇਰ ਲੈਂਦੀ ਹੈਗੀ ਆ। ਲੋਕ ਬਰਕਤ ਪ੍ਰਾਪਤ ਕਰਦੇ ਨੇ।
ਸੋ ਪ੍ਰਭੂ ਤੇ ਭੈਣੋ, ਆਓ ਪੜਾਂਗੇ ਆਪਾਂ ਹੁਣ 2 Chronicles chapter 29 verse 28 ਦੇਖਾਂਗੇ ਆਪਾਂ ਨਵੇਂ ਤਰਜਮੇ ਦੇ ਵਿੱਚੋਂ, ਨਵੀਂ ਬਾਈਬਲ ਵਿੱਚੋਂ। ਜੀ ਹਾਂ, ਆਓ ਪੜੀਏ। ਅਤੇ ਸਾਰੀ ਸਭਾ ਨੇ ਮੱਥਾ ਟੇਕਿਆ ਤਾਂ ਗਾਉਣ ਵਾਲੇ ਗਾਉਣ ਲੱਗੇ ਅਤੇ ਨਰਸਿੰਗਿਆਂ ਵਾਲੇ ਨਰਸਿੰਗੇ ਫੂਕਣ ਲੱਗੇ। ਜਦ ਤੀਕ ਹੋਮ ਦੀ ਬਲੀ ਦਾ ਜੜਨਾ ਪੂਰਾ ਨਾ ਹੋਇਆ, ਇਹ ਸਭ ਕੁਝ ਹੁੰਦਾ ਰਿਹਾ। ਦੇਖਿਆ ਤੁਸੀਂ ਇਸ ਟ੍ਰਾਂਸਲੇਸ਼ਨ ਦੇ ਵਿੱਚ ਕਿੰਨਾ ਕਲੀਅਰ ਲਿਖਿਆ ਆ। ਇੱਕ ਵਾਰ ਫਿਰ ਪੜਾਂਗੇ ਆਪਾਂ ਇਹ ਪਰਮੇਸ਼ਰ ਦਾ ਵਚਨ। ਆਓ ਦੇਖੀਏ ਧਿਆਨ ਦੇ ਨਾਲ, ਦੁਬਾਰਾ ਫਿਰ 29-28। ਜੀ ਹਾਂ, ਅਤੇ ਸਾਰੀ ਸਭਾ ਨੇ ਮੱਥਾ ਟੇਕਿਆ ਤਾਂ ਗਾਉਣ ਵਾਲੇ ਗਾਉਣ ਲੱਗੇ ਅਤੇ ਨਰਸਿੰਗਿਆਂ ਵਾਲੇ ਨਰਸਿੰਗੇ ਫੂਕਣ ਲੱਗੇ। ਜਦ ਤੀਕ ਜਿਨ੍ਹਾਂ ਨੇ ਮੱਥਾ ਟੇਕਿਆ ਉਹ ਸੀਗੇ ਅਸਲੀ ਵਰਸ਼ਿਪਰ। ਆਮੇਨ। ਜਾਨੀ ਕਿ ਲੋਕਾਂ ਨੇ ਅਸਲੀ ਵਰਸ਼ਿਪ ਕੀਤੀ, ਆਰਾਧਨਾ ਕੀਤੀ। ਆਰਾਧਨਾ ਕਰਨ ਵਾਲੇ ਆਰਾਧਨਾ ਕਰਨ ਲੱਗ ਗਏ ਤੇ ਗਾਣ ਵਾਲੇ ਗਾਣ ਲੱਗੇ। ਤੇ ਜਿਉਂ-ਜਿਉਂ ਬਲੀਆਂ ਚੱਲ ਰਹੀਆਂ ਸੀਗੀਆਂ, ਤਿਉਂ-ਤਿਉਂ ਪਰਮੇਸ਼ਰ ਨੂੰ ਸਾਰੀ ਮਹਿਮਾ ਦਿੱਤੀ ਜਾ ਰਹੀ ਸੀਗੀ। ਸੋ ਪ੍ਰਭੂ ਭੈਣੋ, ਇੱਥੋਂ ਕਿੰਨਾ ਕਲੀਅਰ ਹੁੰਦਾ ਹੈਗਾ ਆ ਕਿ ਪਰਮੇਸ਼ਰ ਚਾਹੁੰਦਾ ਆ ਕਿ ਆਪਾਂ ਆਪਣੇ ਗਾਣੇ ਤੇ, ਆਪਾਂ ਆਪਣੀ ਵਰਸ਼ਿਪ ਤੇ ਧਿਆਨ ਨਾ ਦਈਏ, ਆਪਾਂ ਵਰਸ਼ਿਪਰ ਬਣਨਾ ਆ। ਆਰਾਧਨਾ ਤੇ ਧਿਆਨ ਨਾ ਦਈਏ, ਆਪਾਂ ਸੱਚੇ ਆਰਾਧਕ ਬਣਨਾ ਆ। ਆਮੇਨ। ਤੇ ਸੱਚੇ ਆਰਾਧਕਾਂ ਦੀ ਆਰਾਧਨਾ ਸਵੀਕਾਰ ਹੁੰਦੀ ਆ, ਭਾਵੇਂ ਉਹ ਗੀਤਾਂ ਦੇ ਵਿੱਚ ਹੋਵੇ, ਭਾਵੇਂ ਉਹ ਤਾੜੀਆਂ ਦੇ ਨਾਲ ਹੋਵੇ, ਭਾਵੇਂ ਕੋਈ ਇਨਸਟਰੂਮੈਂਟ ਵਜਾ ਕੇ ਹੋਵੇ, ਭਾਵੇਂ ਢੋਲਕੀ ਵਜਾ ਕੇ ਹੋਵੇ, ਭਾਵੇਂ ਢੋਲ ਵਜਾ ਕੇ ਹੋਵੇ, ਭਾਵੇਂ ਨਾਰੇ ਲਾ ਕੇ ਹੋਵੇ, ਭਾਵੇਂ ਪ੍ਰੇਅਰ ਕਰਕੇ ਹੋਵੇ, ਭਾਵੇਂ ਲੋਕਾਂ ਦੇ ਲਈ ਦੁਆ ਕਰਕੇ ਹੋਵੇ। ਉਹਨਾਂ ਦੀ ਸੱਚੇ ਆਰਾਧਕਾਂ ਦੀ ਆਰਾਧਕ ਜਿਹੜੀ ਹੈਗੀ ਆ ਆਰਾਧਨਾ, ਉਹ ਸੁਣੀ ਜਾਂਦੀ ਆ ਤੇ ਪਰਮੇਸ਼ਰ ਆਪਣੀ ਹਜ਼ੂਰੀ ਨਾਲ, ਆਪਣੇ ਮਸਾ ਨਾਲ ਉਹਨੂੰ ਘੇਰ ਲੈਂਦਾ ਹੈ। ਆਮੇਨ। ਸੋ ਪ੍ਰਭੂ ਦੇ ਭੈਣੋ, ਹੁਣ ਕੁਝ ਚੀਜ਼ਾਂ ਨੇ, ਆਪਾਂ ਜਾਵਾਂਗੇ 2 ਕੋਰਿੰਥੀਅਨ ਦੇ ਵਿੱਚ ਚੈਪਟਰ 12 ਤੇ ਵਰਸ 20 ਵਿੱਚ ਦੇਖਾਂਗੇ। ਕੁਝ ਚੀਜ਼ਾਂ ਨੇ ਜਿਹੜੀਆਂ ਅਪੋਸਟਲ ਪੌਲ ਨੇ ਕਹੀਆਂ ਸੀਗੀਆਂ, ਪੌਲੂਸ ਨੇ। ਉਹਨੇ ਆਖਿਆ ਸੀਗਾ, ਮੈਂ ਤੁਹਾਨੂੰ ਵਿਜ਼ਿਟ ਕਰਨ ਆ ਰਿਹਾ ਆ, ਲੇਕਿਨ ਮੈਨੂੰ ਡਰ ਆ ਕਿ ਜਦੋਂ ਮੈਂ ਆਵਾਂਗਾ ਵਿਜ਼ਿਟ ਕਰਨ, ਤੁਹਾਡੀ ਜ਼ਿੰਦਗੀ ਦੇ ਵਿੱਚ ਆਹਾ ਚੀਜ਼ਾਂ ਨਾ ਹੋਣ। ਹੁਣ ਜੇ ਇਹ ਚੀਜ਼ਾਂ ਜਿਹੜੀਆਂ ਆਪਾਂ ਪੜ੍ਹਨ ਜਾਵਾਂਗੇ ਆਪਣੀ ਜ਼ਿੰਦਗੀ 'ਚ ਆ ਜਾਂਦੀਆਂ ਨੇ ਤੇ ਪ੍ਰਭੂ ਦੇ ਭੈਣੋ, ਆਪਾਂ ਸੱਚੇ ਆਰਾਧਕ ਨਹੀਂ ਬਣ ਸਕਦੇ। ਸੋ ਆਓ ਅੱਜ ਦੇਖੀਏ ਧਿਆਨ ਦੇ ਨਾਲ, ਇਹ ਕਿਹੜੀ ਲਿਸਟ ਆ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਆਪਣੇ ਜੀਵਨ 'ਚੋਂ ਕੱਢਣੀਆਂ ਨੇ, ਜਿਹੜੀਆਂ ਆਪਾਂ ਸਰੈਂਡਰ ਕਰ ਦੇਣੀਆਂ ਨੇ ਪਰਮੇਸ਼ਰ ਦੇ ਸਾਹਮਣੇ। ਕਿਉਂ? ਕਿਉਂਕਿ ਜੇ ਇਹ ਚੀਜ਼ਾਂ ਆਪਾਂ ਆਪਣੇ ਮਨ ਵਿੱਚ ਜਾਂ ਆਪਣੇ ਦਿਲ ਵਿੱਚ ਜਾਂ ਆਪਣੀ ਜ਼ੁਬਾਨ ਤੇ ਰੱਖਾਂਗੇ, ਆਪਾਂ ਸੱਚੇ ਆਰਾਧਕ ਨਹੀਂ ਬਣ ਸਕਾਂਗੇ। ਤੇ ਪਰਮੇਸ਼ਰ ਚਾਹੁੰਦਾ ਆ ਕਿ ਆਪਾਂ ਸੱਚੇ ਆਰਾਧਕ ਬਣੀਏ। ਪਵਿੱਤਰ ਆਤਮਾ ਚਾਹੁੰਦਾ ਹੈ ਕਿ ਆਪਾਂ ਸੱਚੇ ਆਰਾਧਕ ਬਣੀਏ। ਪਰਮੇਸ਼ਰ ਦੀ ਹਜ਼ੂਰੀ, ਪਰਮੇਸ਼ਰ ਦਾ ਮਸਾ ਸੱਚੇ ਆਰਾਧਕਾਂ ਦੇ ਉੱਤੇ ਮੰਡਰਾਉਂਦਾ ਰਹਿੰਦਾ ਹੈ। ਆਓ ਪੜੀਏ 2 ਕੋਰਿੰਥੀਅਨ ਚੈਪਟਰ 12 ਵਰਸ 20। ਜੀ ਹਾਂ, ਮੈਨੂੰ ਡਰ ਹੈ ਕਿ ਉੱਥੇ ਆਉਣ ਤੇ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਦੇਖਣ ਦਾ ਚਾਹਵਾਨ ਹਾਂ, ਉਸ ਤਰ੍ਹਾਂ ਦੇ ਨਾ ਦੇਖਾਂ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਤੁਸੀਂ ਮੈਨੂੰ ਦੇਖਣਾ ਚਾਹੁੰਦੇ ਹੋ, ਤੁਸੀਂ ਵੀ ਨਾ ਦੇਖੋ। ਮੈਨੂੰ ਇਹ ਵੀ ਡਰ ਹੈ ਕਿਤੇ ਉੱਥੇ ਤੁਹਾਡੇ ਵਿੱਚ ਝਗੜੇ, ਈਰਖਾ, ਗੁੱਸਾ, ਸਵਾਰਥ, ਨਿੰਦਾ ਦੀਆਂ ਗੱਲਾਂ, ਚੁਗਲੀਆਂ, ਹੰਕਾਰ ਅਤੇ ਬੇਤਰਤੀਬੀ ਨਾ ਹੋਵੇ। ਵਾਓ। ਪੌਲੂਸ ਕਹਿੰਦਾ ਆ, ਮੈਨੂੰ ਚਾਹ ਆ ਕਿ ਮੈਂ ਤੁਹਾਨੂੰ ਏਦਾਂ ਦੇਖਣਾ ਚਾਹੁੰਦਾ ਆ ਜਿੱਦਾਂ ਮੈਂ ਚਾਹ ਰੱਖਦਾ ਆ, ਮੈਂ ਡਿਜ਼ਾਇਰ ਕਰਦਾ ਆ। ਮੈਂ ਚਾਹੁੰਦਾ ਕਿ ਜਦੋਂ ਮੈਂ ਜਾਵਾਂ, ਮੈਂ ਦੇਖਾਂ ਤੁਹਾਨੂੰ, ਤੁਹਾਡੇ ਵਿੱਚ ਮੈਨੂੰ ਸੱਚੇ ਆਰਾਧਕ ਨਜ਼ਰ ਆਉਣ। ਲੇਕਿਨ ਮੈਨੂੰ ਡਰ ਆ ਕਿ ਤੁਹਾਡੇ ਵਿੱਚ ਉਹ ਚੀਜ਼ਾਂ ਨਾ ਹੋਣ ਜਿਹੜੀਆਂ ਸੱਚੇ ਆਰਾਧਕਾਂ 'ਚ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਾਰ ਫੇਰ ਪੜਾਂਗੇ ਹੌਲੀ ਹੌਲੀ ਕਰਕੇ ਕਿਹੜੀਆਂ ਨੇ ਇਹ ਚੀਜ਼ਾਂ ਜਿਹੜਾ ਪੌਲੂਸ ਦੱਸ ਰਿਹਾ ਹੈ। ਆਓ ਦੇਖੀਏ ਪਹਿਲੇ ਨੰਬਰ ਤੇ ਕਿਹੜੀ ਚੀਜ਼ ਆ। ਮੈਨੂੰ ਇਹ ਵੀ ਡਰ ਹੈ ਕਿ ਕਿਤੇ ਉੱਥੇ ਤੁਹਾਡੇ ਵਿੱਚ ਝਗੜੇ, ਜਿਸ ਦੇ ਵਿੱਚ ਝਗੜੇ ਹੋ ਜਾਣ, ਝਗੜੇ ਆ ਜਾਣ, ਉਹ ਸੱਚਾ ਆਰਾਧਕ ਨਹੀਂ ਬਣ ਸਕਦਾ। ਆਪਾਂ ਪ੍ਰਭੂ ਤੇ ਭੈਣੋ ਪਵਿੱਤਰ ਆਤਮਾ ਦੇ ਬਚਨ ਨਾਲ ਇੰਨਾ ਭਰ ਲੈਣਾ ਆ, ਪਰਮੇਸ਼ਰ ਦੇ ਪਿਆਰ ਨਾਲ ਇੰਨਾ ਭਰ ਲੈਣਾ ਆ, ਪਰਮੇਸ਼ਰ ਦੇ ਮਾਫੀ ਨਾਲ ਇੰਨਾ ਭਰ ਲੈਣਾ ਆ ਕਿ ਆਪਣੇ ਵਿੱਚ ਝਗੜਿਆਂ ਦਾ ਨਾਮੋ ਨਿਸ਼ਾਨ ਤੱਕ ਵੀ ਨਾ ਹੋਵੇ। ਨਾ ਇਕਲੀਸੀਆ ਦੇ ਵਿੱਚ, ਨਾ ਆਪਣੇ ਘਰ ਵਿੱਚ, ਨਾ ਆਪਣੇ ਕੰਮ ਤੇ, ਨਾ ਅੰਦਰ ਨਾ ਬਾਹਰ ਝਗੜੇ ਦਾ ਸ਼ਬਦ ਆਪਣੇ ਨੇੜੇ ਤੇੜੇ ਵੀ ਨਾ ਹੋਵੇ। ਛੇਤੀ ਤੋਂ ਛੇਤੀ ਜੱਫੀ ਪਾ ਲਈਏ, ਛੇਤੀ ਤੋਂ ਛੇਤੀ ਮਾਫ ਕਰ ਦਈਏ, ਛੇਤੀ ਤੋਂ ਛੇਤੀ ਪਿਆਰ ਕਰ ਲਈਏ ਤਾਂ ਕਿ ਝਗੜੇ ਆ ਨਾ ਸਕਣ।
ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਧੋਤੇ ਗਏ ਨੇ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਝਗੜੇ ਵਾਲਾ ਨਾਮ ਸ਼ੋਭਾ ਨਹੀਂ ਦਿੰਦਾ। ਆਮੇਨ। ਮੇਰੀ ਇਹੀ ਪ੍ਰੇਰ ਹੈ ਕਿ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਏਕਤਾ ਆ ਜਾਵੇ, ਪਿਆਰ ਆ ਜਾਵੇ, ਮੁਹੱਬਤ ਆ ਜਾਵੇ, ਝਗੜੇ ਦੂਰ ਹੋ ਜਾਣ। ਦੂਸਰੀ ਚੀਜ਼ ਕਿਹੜੀ ਨਜ਼ਰ ਆ ਰਹੀ ਹੈ? ਈਰਖਾ, ਜੈਲਸੀ, ਗੁੱਸਾ। ਗੁੱਸਾ। ਆਮੇਨ। ਈਰਖਾ ਜਾਣੀ ਕਿ ਜੈਲਸੀ, ਜਾਣੀ ਕਿ ਪ੍ਰਭੂ ਤੇ ਭੈਣੋ ਜੈਲਸੀ ਜਿਹੜੀ ਹੈਗੀ ਕਦੋਂ ਆਉਂਦੀ ਆ? ਜਦੋਂ ਗੁੱਸਾ ਆ ਜਾਣਾ। ਗੁੱਸਾ ਤੇ ਈਰਖਾ ਇਹ ਦੋਨੋਂ ਚੀਜ਼ਾਂ ਮਿਲੀਆਂ ਹੋਈਆਂ ਹੈਗੀਆਂ ਨੇ ਇੱਕ ਦੂਸਰੇ ਦੇ ਨਾਲ। ਆਮੇਨ। ਜਾਣੀ ਕਿ ਈਰਖਾ ਹੋ ਗਈ, ਗੁੱਸਾ ਹੋ ਗਈ, ਜੈਲਸੀ ਹੋ ਗਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਦੋਂ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਜਦੋਂ ਪ੍ਰਭੂ ਤੇ ਭੈਣੋ ਆਪਾਂ ਆਪਣੇ ਪਰਮੇਸ਼ਰ ਦੀ ਰੂਹ ਦੇ ਵਿੱਚ ਜਾਂ ਪਰਮੇਸ਼ਰ ਦੀ ਸੱਚਾਈ ਦੇ ਵਿੱਚ ਧਿਆਨ ਨਹੀਂ ਦਿੰਦੇ। ਆਮੇਨ। ਅੱਗੇ ਦੇਖਾਂਗੇ। ਸਵਾਰਥ। ਸਵਾਰਥ ਜਾਣੀ ਕਿ ਆਪਣਾ ਹੀ ਫਾਇਦਾ ਦੇਖਣਾ, ਦੂਜੇ ਦਾ ਨਹੀਂ। ਪਰਮੇਸ਼ਰ ਦਾ ਵਚਨ ਕਹਿੰਦਾ ਨਹੀਂ, ਸਭ ਤੋਂ ਪਹਿਲਾਂ ਆਪਾਂ ਦੂਸਰਿਆਂ ਦਾ ਫਾਇਦਾ ਦੇਖਣਾ। ਆਮੇਨ। ਪਰਮੇਸ਼ਰ ਦਾ ਫਾਇਦਾ ਦੇਖਣਾ, ਆਪਣਾ ਨਹੀਂ। ਇਹਦੇ ਵਿੱਚ ਪ੍ਰਭੂ ਤੇ ਭੈਣੋ ਪਿਆਰ ਜਿਹੜਾ ਆ ਉਹ ਨਜ਼ਰ ਆਉਂਦਾ ਹੈ। ਅੱਗੇ ਦੇਖੋ। ਨਿੰਦਾ ਦੀਆਂ ਗੱਲਾਂ, ਚੁਗਲੀਆਂ। ਨਿੰਦਾ ਦੀਆਂ ਗੱਲਾਂ, ਕਿਸੇ ਦੀ ਨਿੰਦਾ ਕਰਨੀ, ਭਾਵੇਂ ਦੁਸ਼ਮਣ ਹੋਵੇ ਜਾਂ ਦੋਸਤ ਹੋਵੇ, ਨੇੜੇ ਦਾ ਹੋਵੇ ਜਾਂ ਦੂਰ ਦਾ ਹੋਵੇ, ਕਿਸੇ ਤਰ੍ਹਾਂ ਦੀ ਵੀ ਕਿਸੇ ਦੀ ਨਿੰਦਾ ਨਾ ਆਪਾਂ ਕਰਨੀ ਆ, ਨਾ ਆਪਾਂ ਸੁਣਨੀ ਆ, ਤੇ ਨਾ ਆਪਾਂ ਆਪਣੇ ਮਨ ਵਿੱਚ ਲਿਆਉਣ ਦੇਣੀ ਆ। ਕਿਉਂ? ਕਿਉਂਕਿ ਆਪਾਂ ਸੱਚ ਦੇ ਵਿੱਚ ਚੱਲਣਾ ਆ, ਆਪਾਂ ਰੂਹ ਦੇ ਵਿੱਚ ਚੱਲਣਾ ਆ। ਕਿਉਂ? ਤਦ ਹੀ ਫਿਰ ਆਪਾਂ ਸੱਚੇ ਆਰਾਧਕ ਬਣ ਸਕਦੇ ਆ, ਤੇ ਤਦ ਹੀ ਪਰਮੇਸ਼ਰ ਆਪਾਂ ਨੂੰ ਇਸਤੇਮਾਲ ਕਰ ਸਕਦਾ ਆਪਣੀ ਮਹਿਮਾ ਦੇ ਵਾਸਤੇ। ਅੱਗੇ ਦੇਖਾਂਗੇ। ਚੁਗਲੀਆਂ। ਚੁਗਲੀਆਂ ਇਹ ਵੀ ਭੈਣੋ ਤੇ ਬਰਾਬਰ ਜੁੜਿਆ ਹੋਇਆ ਲਫ਼ਜ਼ ਆ, ਚੁਗਲੀਆਂ। ਜਿਹੜਾ ਸੱਚਾ ਆਰਾਧਕ ਆ ਉਹ ਚੁਗਲੀਆਂ ਨਹੀਂ ਕਰੇਗਾ, ਉਹ ਵਡਿਆਈਆਂ ਹੀ ਕਰੇਗਾ, ਸਭ ਦੀਆਂ ਵਡਿਆਈਆਂ ਹੀ ਕਰੇਗਾ। ਹਰ ਇਨਸਾਨ ਦੇ ਵਿੱਚ ਚੰਗੀਆਂ ਚੀਜ਼ਾਂ ਨੇ, ਉਹਨਾਂ ਚੰਗੀਆਂ ਚੀਜ਼ਾਂ ਤੇ ਧਿਆਨ ਦਈਏ, ਮਾੜੀਆਂ ਚੀਜ਼ਾਂ ਤੇ ਧਿਆਨ ਨਾ ਦਈਏ। ਆਮੇਨ। ਕਿਉਂਕਿ ਕੋਈ ਹੈ ਹੀ ਨਹੀਂਗਾ ਕੋਈ ਮਨੁੱਖ ਜਿਹਦੇ ਵਿੱਚ ਮਾੜੀਆਂ ਚੀਜ਼ਾਂ ਨਾ ਹੋਣ। ਤੇ ਜੇ ਆਪਾਂ ਮਾੜੀਆਂ ਚੀਜ਼ਾਂ ਤੇ ਧਿਆਨ ਦੇ ਦਈਏ ਤਾਂ ਆਪਾਂ ਪ੍ਰਭੂ ਤੇ ਭੈਣੋ ਸੱਚੇ ਆਰਾਧਕ ਨਹੀਂ ਬਣ ਸਕਾਂਗੇ। ਪਰਮੇਸ਼ਰ ਚਾਹੁੰਦਾ ਕਿ ਆਪਾਂ ਸੱਚੇ ਆਰਾਧਕ ਬਣੀਏ। ਤੇ ਪ੍ਰਭੂ ਕਹਿੰਦਾ ਜੋ ਚੀਜ਼ ਸੱਚ ਆ, ਜੋ ਚੀਜ਼ ਚੰਗੀ ਆ, ਜੋ ਚੀਜ਼ ਭਾਂਦੀ ਆ, ਜੋ ਚੀਜ਼ ਪਰਮੇਸ਼ਰ ਦੇ ਵਚਨ ਵਿੱਚੋਂ ਆ, ਉਹਨਾਂ ਤੇ ਹੀ ਧਿਆਨ ਦਈਏ, ਉਹਨਾਂ ਚੀਜ਼ਾਂ ਨੂੰ ਹੀ ਆਪਣੇ ਮਨ ਵਿੱਚ ਰੱਖੀਏ, ਇਹਨਾਂ ਚੀਜ਼ਾਂ ਦੇ ਬਾਰੇ ਹੀ ਸੋਚੀਏ। ਆਮੇਨ। ਅੱਗੇ ਦੇਖਾਂਗੇ। ਹੰਕਾਰ। ਹੰਕਾਰ। ਹੰਕਾਰ ਜਿਹੜਾ ਆ ਪ੍ਰਭੂ ਦੇ ਭੈਣੋ ਬਹੁਤ ਹੀ ਖਤਰਨਾਕ ਚੀਜ਼ ਆ। ਇਹ ਹੰਕਾਰ ਸ਼ੈਤਾਨ ਦੇ ਵਿੱਚ ਸੀਗਾ ਆਇਆ ਪਹਿਲਾਂ। ਸ਼ੈਤਾਨ ਕੀ ਕਰਦਾ ਸੀ ਪਹਿਲਾਂ? ਉਹ ਪਰਮੇਸ਼ਰ ਨੂੰ ਵਰਸ਼ਿਪ ਕਰਦਾ ਹੁੰਦਾ ਸੀ। ਅਕਸਰ ਜਦੋਂ ਵਰਸ਼ਿਪ ਕਰਨ ਵਾਲੇ ਲੋਕ ਜਿਹੜੇ ਹੈਗੇ ਨੇ, ਅਕਸਰ ਇਸ ਧੋਖੇ ਦੇ ਵਿੱਚ ਆ ਜਾਂਦੇ ਨੇ ਵੀ ਉਹਨਾਂ ਵਿੱਚ ਹੰਕਾਰ ਆ ਜਾਂਦਾ ਹੈ। ਲੇਕਿਨ ਪ੍ਰਭੂ ਦੇ ਭੈਣੋ ਇਹ ਯਾਦ ਰੱਖਣਾ ਹੈ, ਪੌਲੁਸ ਨੇ ਸਿਖਾਇਆ ਸੀ ਆਪਾਂ ਨੂੰ ਕਿ ਮੈਂ ਸਾਰਿਆਂ ਤੋਂ ਛੋਟਾ ਆ, ਸਭ ਨੂੰ ਉੱਚਾ ਕਰਨਾ ਆ, ਸਭ ਨੂੰ ਇਨਕਰੇਜ ਕਰਨਾ ਆ, ਆਪਣੇ ਆਪ ਨੂੰ ਚੁੱਕਣਾ ਆ ਤੇ ਦੂਸਰਿਆਂ ਨੂੰ ਮੂਹਰੇ ਕਰਨਾ ਆ ਤਾਂ ਕਿ ਪਰਮੇਸ਼ਰ ਦਾ ਨਾਮ ਉੱਚਾ ਹੋਵੇ। ਅੱਗੇ ਦੇਖਾਂਗੇ। ਅਤੇ ਬੇਤਰਤੀਬੀ ਨਾ ਹੋਵੇ। ਸੋ ਪ੍ਰਭੂ ਦੇ ਭੈਣੋ ਬੇਤਰਤੀਬੀ ਵੀ ਨਹੀਂ ਹੋਣੀ ਚਾਹੀਦੀ ਆਪਣੇ ਵਿੱਚ, ਬੇਤਰਤੀਬੀ ਨਾ ਨਹੀਂ ਹੋਣੀ ਚਾਹੀਦੀ ਆਪਣੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਨੇ, ਗੱਲਾਂ ਜਿਹੜੀਆਂ ਆਪਾਂ ਦੇਖੀਆਂ ਨੇ ਅੱਜ, ਇਹ ਸਾਰੀਆਂ ਗੱਲਾਂ ਆਪਣੀ ਜ਼ਿੰਦਗੀ 'ਚ ਜੋ ਹੋਣਗੀਆਂ ਆਪਾਂ ਸੱਚੇ ਆਰਾਧਕ ਨਹੀਂ ਬਣ ਸਕਾਂਗੇ। ਆਓ ਪਰਮੇਸ਼ਰ ਦੇ ਵਿੱਚ ਵਧੀਏ, ਉਹਦੇ ਵਚਨਾਂ ਵਿੱਚ ਵਧੀਏ, ਦੁਆ ਦੇ ਵਿੱਚ ਵਧੀਏ ਤਾਂ ਕਿ ਆਪਾਂ ਸੱਚਾਈ 'ਚ ਵੱਧ ਸਕੀਏ, ਆਪਾਂ ਰੂਹ ਦੇ ਵਿੱਚ ਵੱਧ ਸਕੀਏ। ਆਮੇਨ। ਸੋ ਇਸ ਤਰ੍ਹਾਂ ਦਾ ਨਾਲ ਪ੍ਰਭੂ ਦੇ ਭੈਣੋ ਆਪਾਂ ਪਰਮੇਸ਼ਰ ਦਾ ਨਾਮ ਉੱਚਾ ਕਰ ਸਕਦੇ ਆ ਤੇ ਪਰਮੇਸ਼ਰ ਦੀਆਂ ਨਜ਼ਰਾਂ ਆਪਣੇ ਉੱਤੇ ਉਤਰ ਆਣਗੀਆਂ। ਆਮੇਨ। ਯਹੋਵਾ ਰੋਈ ਆਪਣੇ ਉੱਤੇ ਛਾ ਜਾਵੇਗਾ। ਕਿਉਂ? ਕਿਉਂਕਿ ਲੱਭਦਾ ਫਿਰਦਾ ਹੈ ਸੱਚੇ ਆਰਾਧਕਾਂ ਨੂੰ। ਕਿੱਥੇ ਨੇ ਸੱਚੇ ਆਰਾਧਕ? ਉਹ ਪੜਾਂਗੇ ਆਪਾਂ ਜਸ਼ੂਆ ਚੈਪਟਰ 5 ਦੇ ਵਿੱਚ ਜਾਵਾਂਗੇ ਤੇ ਉਹਦਾ 14ਵਾਂ ਵਰਸ ਆਪਾਂ ਦੇਖਾਂਗੇ। ਇਸ ਵਰਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਜਸ਼ੂਆ ਨੂੰ ਆ ਕੇ ਦਰਸ਼ਨ ਦਿੰਦੇ ਨੇ। ਉਸ ਸਮੇਂ ਜਸ਼ੂਆ ਦੁਸ਼ਮਣਾਂ ਦੇ ਨਾਲ ਇੱਕ ਜੰਗ ਲੜ ਰਿਹਾ ਹੁੰਦਾ ਹੈਗਾ ਤੇ ਯੁੱਧ ਵਿੱਚ ਚੱਲ ਰਿਹਾ ਹੁੰਦਾ ਆ ਉਸ ਸਮੇਂ ਇਹ ਸਮਾਂ। ਤੇ ਇਹ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਜਨਮ ਤੋਂ ਪਹਿਲਾਂ ਜਾਣੀ ਕਿ ਜਿਨ੍ਹਾਂ ਨੂੰ ਸ਼ਬਦ ਕਿਹਾ ਜਾਂਦਾ ਹੈਗਾ ਬਾਈਬਲ ਦੇ ਵਿੱਚ, ਇਹ ਸ਼ਬਦ ਜਸ਼ੂਆ ਦੇ ਸਾਹਮਣੇ ਆਏ ਤੇ ਆ ਕੇ ਜਸ਼ੂਆ ਨੂੰ ਸਵਾਲ ਕਰਦੇ ਹੈਗੇ ਨੇ। ਤੇ ਜਸ਼ੂਆ ਗਾਹਾਂ ਉਹਨੂੰ ਸਵਾਲ ਕਰਦਾ ਹੈਗਾ ਆ ਵੀ ਤੁਸੀਂ ਕੌਣ ਹੋ? ਬੜੀ ਜ਼ਬਰਦਸਤ ਇਹ ਕਹਾਣੀ ਹੈਗੀ, ਤੁਸੀਂ ਸਾਰਾ ਚੈਪਟਰ ਪੜ੍ਹ ਸਕਦੇ ਹੋ ਬਾਅਦ ਦੇ ਵਿੱਚ। ਲੇਕਿਨ ਆਓ ਦੇਖੀਏ ਜਸ਼ੂਆ ਚੈਪਟਰ 5 ਵਰਸ 14 ਦੇਖਾਂਗੇ, 14ਵਾਂ ਵਰਸ। ਹਾਂਜੀ।
ਉਸ ਆਦਮੀ ਨੇ ਉੱਤਰ ਦਿੱਤਾ, ਨਹੀਂ, ਮੈਂ ਪ੍ਰਭੂ ਦੀ ਸੈਨਾ ਦਾ ਸੈਨਾਪਤੀ ਹਾਂ। ਯਹੋਸ਼ੁਆ ਆਪਾਂ ਇੱਕ ਵਰਸ ਪਿੱਛੋਂ ਪੜਾਂਗੇ ਤਾਂ ਕਿ ਥੋੜਾ ਜਿਹਾ ਕਲੀਅਰ ਹੋ ਜਾਵੇ ਆਪਾਂ ਨੇ ਨਾਲ। ਹਾਂਜੀ, ਇੱਕ ਵਰਸ ਪਿੱਛੋਂ। ਜਦੋਂ ਯਹੋਸ਼ੁਆ ਜਰੀਹੋ ਦੇ ਲਾਗੇ ਪਹੁੰਚਿਆ ਤਾਂ ਅਚਾਨਕ ਉਸਨੇ ਇੱਕ ਆਦਮੀ ਦੇ ਹੱਥ ਵਿੱਚ ਤਲਵਾਰ ਲਈ ਆਪਣੇ ਸਾਹਮਣੇ ਖੜੇ ਦੇਖਿਆ। ਯਹੋਸ਼ੁਆ ਨੇ ਉਸ ਆਦਮੀ ਕੋਲ ਜਾ ਕੇ ਪੁੱਛਿਆ, ਤੁਸੀਂ ਕੌਣ ਹੋ? ਤੁਸੀਂ ਸਾਡੀ ਵੱਲ ਹੋ ਜਾਂ ਸਾਡੇ ਵੈਰੀਆਂ ਵੱਲ? ਉਸ ਆਦਮੀ ਨੇ ਉੱਤਰ ਦਿੱਤਾ, ਨਹੀਂ, ਮੈਂ ਪ੍ਰਭੂ ਦੀ ਸੈਨਾ ਦਾ ਸੈਨਾਪਤੀ ਹਾਂ। ਯਹੋਸ਼ੁਆ ਇਹ ਸੁਣ ਕੇ ਤੁਰੰਤ ਧਰਤੀ ਉੱਤੇ ਮੂੰਹ ਪਾੜ ਡਿੱਗ ਪਿਆ ਅਤੇ ਬੋਲਿਆ, ਸ਼੍ਰੀਮਾਨ ਜੀ, ਮੈਂ ਤਾਂ ਤੁਹਾਡਾ ਦਾਸ ਹਾਂ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ? ਦੂਸਰੀ ਬਾਈਬਲ ਵਿੱਚ ਜਦੋਂ ਪੜ੍ਹੀਏ ਉਹਦੇ ਵਿੱਚ ਲਿਖਿਆ ਹੈ ਕਿ ਇੱਕਦਮ ਯਸ਼ਵਾ ਆਪਣੇ ਮੂੰਹ ਪਰ ਨੇ ਡਿੱਗ ਪਿਆ ਤੇ ਮੂੰਹ ਪਰ ਨੇ ਡਿੱਗ ਕੇ ਉਹਨੇ ਆਰਾਧਨਾ ਕੀਤੀ ਉਸ ਦੀ। ਪ੍ਰਭੂ ਦੇ ਬਣਾਇਆ ਕੋਈ ਦੂਤ ਨਹੀਂ ਸੀਗਾ, ਕਿਉਂਕਿ ਜੇ ਕੋਈ ਇਹ ਦੂਤ ਹੁੰਦਾ ਤਾਂ ਉਹਨੇ ਰੋਕ ਦੇਣਾ ਸੀ। ਨਹੀਂ 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 ਨਹੀਂ, ਤੂੰ ਮੈਨੂੰ ਆਪਣੀ ਵਰਸ਼ਿਪ ਨਾ ਦੇ, ਤੂੰ ਮੇਰੀ ਆਰਾਧਨਾ ਨਾ ਕਰ, ਤੂੰ ਮੇਰੇ ਸਾਹਮਣੇ ਨਾ ਝੁਕ, ਉਹਨੇ ਰੋਕ ਦੇਣਾ ਸੀ। ਲੇਕਿਨ ਇੱਕੋ ਹੀ ਆ ਜਿਹਨੂੰ ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ, ਜਿਹਨੂੰ ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਣ ਆਪਾਂ ਦੇਣਾ ਹੈ। ਆਓ ਪੜਾਂਗੇ ਆਪਾਂ ਦੂਸਰੀ ਬਾਈਬਲ ਵਿੱਚ ਯਸ਼ਵਾ ਚੈਪਟਰ 5 ਵਰਸ 14, ਸ਼ਾਇਦ ਇੱਥੇ ਥੋੜਾ ਹੋਰ ਕਲੀਅਰ ਹੋ ਜਾਏ। 13-14 ਪੜਾਂਗੇ। ਜੀ ਹਾਂ। ਅਤੇ ਇਉਂ ਹੋਇਆ ਕਿ ਜਦ ਯਹੋਸ਼ੁਆ ਜਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਖੰਡਾ ਸੂਤੀ ਉਹਦੇ ਸਾਹਮਣੇ ਖੜਾ ਸੀ। ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਤੂੰ ਸਾਡੀ ਵੱਲ ਹੈ ਜਾਂ ਸਾਡੇ ਵੈਰੀਆਂ ਵੱਲ? ਉਸ ਆਖਿਆ, ਨਹੀਂ, ਸਗੋਂ ਮੈਂ ਤਾਂ ਇਸ ਵੇਲੇ ਯਹੋਵਾ ਦਾ ਸੈਨਾਪਤੀ ਬਣ ਕੇ ਆਇਆ ਹਾਂ। ਤਾਂ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਔਰ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? ਵਾਓ, ਯਸ਼ਵਾ ਨੇ ਪਹਿਚਾਨ ਲਿਆ। ਯਸ਼ਵਾ ਨੇ ਆਖਿਆ, ਮੇਰਾ ਪ੍ਰਭੂ। ਉਹਨੇ ਝੁਕ ਕੇ ਮੱਥਾ ਟੇਕਿਆ, ਜਾਣੀ ਕਿ ਆਰਾਧਨਾ ਦਿੱਤੀ। ਸਿਰਫ ਬੋਲ ਕੇ ਗਾ ਕੇ ਹੀ ਨਹੀਂ, ਆਪਣੇ ਸਾਰੇ ਦਿਲ ਦੇ ਨਾਲ ਝੁਕ ਕੇ, ਉਹਦੇ ਪੈਰੀਂ ਪੈ ਕੇ, ਮੱਥਾ ਟੇਕ ਕੇ ਵਰਸ਼ਿਪ ਕੀਤੀ। ਇੱਥੋਂ ਪਤਾ ਲੱਗਦਾ ਹੈ ਪ੍ਰਭੂ ਦੇ ਪਰੋਂ, ਜਦੋਂ ਆਪਣੀ ਰੂਹ, ਆਪਣੀ ਜਾਨ ਤੇ ਆਪਣਾ ਜਿਸਮ ਇੱਕ ਹੋ ਜਾਂਦਾ ਆ, ਉਦੋਂ ਪਤਾ ਲੱਗਦਾ ਹੈ ਪ੍ਰਭੂ ਦੇ ਪਰੋਂ ਕਿ ਆਪਾਂ ਸਿਰਫ ਆਰਾਧਨਾ ਗਾ ਰਹੇ ਹਾਂ, ਆਰਾਧਨਾ ਕਰ ਰਹੇ ਹਾਂ ਜਾਂ ਆਰਾਧਨਾ ਬਣ ਰਹੇ ਹਾਂ। ਆਰਾਧਿਤ ਸੱਚੇ ਆਰਾਧਿਕ ਬਣਨਾ ਆ। ਯਸ਼ਵਾ ਸੱਚਾ ਆਰਾਧਕ ਸੀਗਾ, ਕਿਉਂਕਿ ਪਤਾ ਲੱਗਦਾ ਹੈ ਯਸ਼ਵਾ ਦੇ ਬੋਲਣ ਤੋਂ ਤੇ ਉਹਦੇ ਮੱਥਾ ਟੇਕਣ ਤੋਂ, ਉਹਦੇ ਝੁਕ ਜਾਣ ਤੋਂ, ਉਹਦੇ ਪੈਰੀਂ ਪੈਣ ਤੋਂ ਤੇ ਕਹਿਣ ਤੋਂ ਕਿ ਉਹ ਪ੍ਰਭੂ, ਤੇਰਾ ਸੇਵਕ ਮੌਜੂਦ ਆ, ਇੱਥੇ ਹਾਜ਼ਰ ਆ, ਤੂੰ ਕੀ ਕਹਿਣਾ ਚਾਹਨਾ ਹੈ ਆਪਣੇ ਸੇਵਕ ਨੂੰ। ਸੋ ਪ੍ਰੇਜ਼ ਦ ਲਾਰਡ। ਪ੍ਰਭੂ ਦੇ ਬਣੋ ਅੱਗੇ ਵਧਾਂਗੇ ਆਪਾਂ। ਆਓ ਬਾਈਬਲ ਵਿੱਚ ਆਪਾਂ 3 ਨਮੂਨੇ ਦੇਖਾਂਗੇ, 3 ਐਗਜ਼ਾਮਪਲਸ ਦੇਖਾਂਗੇ ਸੱਚੇ ਆਰਾਧਕ ਦੇ। ਪਹਿਲਾਂ ਜਾਵਾਂਗੇ ਆਪਾਂ ਜੈਨੇਸਿਸ ਚੈਪਟਰ 4 ਵਰਸ 4 ਦੇ ਵਿੱਚ ਜਾਵਾਂਗੇ, ਜਿੱਥੇ ਆਪਾਂ ਨੂੰ ਕਹਾਣੀ ਮਿਲੇਗੀ ਆਬੇਲ ਦੀ। ਆਬੇਲ ਜਿਹੜਾ ਸੀਗਾ, ਇਹ ਕਾਇਨ ਦਾ ਭਰਾ ਸੀਗਾ। ਆਦਮ ਦੇ ਹਵਾ ਤੋਂ ਬਾਅਦ ਜਿਹੜੇ ਉਹਨਾਂ ਦੇ ਪਹਿਲੇ 2 ਬੱਚੇ ਪੈਦਾ ਹੋਏ, ਉਹ ਆਬੇਲ ਤੇ ਕਾਇਨ ਸੀਗਾ। ਤੇ ਕੀ ਆਖਦਾ ਆ ਪਰਮੇਸ਼ਰ ਦਾ ਵਚਨ? ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਕਾਇਨ ਨੇ ਵੀ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਵਾਸਤੇ, ਪਰਮੇਸ਼ਰ ਨੂੰ ਬਲੀ ਚਾੜਨ ਦੇ ਵਾਸਤੇ, ਪਰਮੇਸ਼ਰ ਦੀ ਵਰਸ਼ਿਪ ਕਰਨ ਦੇ ਵਾਸਤੇ ਕੁਝ ਚੀਜ਼ਾਂ ਲਿਆਂਦੀਆਂ, ਲੇਕਿਨ ਪਰਮੇਸ਼ਰ ਨੂੰ ਉਹ ਪਸੰਦ ਨਹੀਂ ਆਈਆਂ। ਲੇਕਿਨ ਜਦੋਂ ਹਾਬੇਲ ਨੇ ਪਰਮੇਸ਼ਰ ਦੇ ਸਾਹਮਣੇ ਇੱਕ ਬਲੀ ਚਾੜੀ, ਉਹ ਪਰਮੇਸ਼ਰ ਨੂੰ ਪਸੰਦ ਆਈ, ਪਰਮੇਸ਼ਰ ਪ੍ਰਸੰਨ ਹੋਏ। ਪੜਾਂਗੇ ਆਪਾਂ ਪਰਮੇਸ਼ਰ ਵਚਨ ਵਿੱਚੋਂ। ਜੀ ਹਾਂ, ਆਓ ਦੇਖੀਏ ਜੈਨੇਸਿਸ ਚੈਪਟਰ 4 ਵਰਸ 4। ਹਾਂਜੀ। ਹਾਬਲ ਵੀ ਆਪਣੇ ਇੱਜੜ ਦਾ ਪਲੋਠਾ ਲੇੜਾ ਲੈ ਕੇ ਆਇਆ ਅਤੇ ਉਸ ਨੇ ਉਸ ਦੀ ਚਰਬੀ ਪ੍ਰਭੂ ਦੇ ਸਾਹਮਣੇ ਚੜਾਵੇ ਦੇ ਤੌਰ ਤੇ ਚੜਾਈ। ਪ੍ਰਭੂ ਹਾਬਲ ਦੇ ਚੜਾਵੇ ਤੇ ਖੁਸ਼ ਹੋਇਆ। ਕਿਉਂਕਿ ਜਿਹੜੀ ਕੁਰਬਾਨੀ ਉਹਨੇ ਚੜਾਈ ਉਹਦੇ ਵਿੱਚ ਲਹੂ ਸੀ। ਲਹੂ ਰਿਪਰੈਜ਼ੈਂਟ ਕਰਦਾ ਸੀਗਾ ਪ੍ਰਭੂ ਯਿਸੂ ਮਸੀਹ ਜੀ ਦੀ ਕੁਰਬਾਨੀ ਤੇ। ਸੋ ਪ੍ਰਭੂ ਦੇ ਬਣੋ ਹਾਬਿਲ ਦੀ ਕੁਰਬਾਨੀ ਪਰਮੇਸ਼ਰ ਦੇ ਵਚਨਾਂ ਦੇ ਨਾਲ ਪੈਰਲਲ ਸਿੱਧੀ ਠਹਿਰ ਗਈ ਸੀ। ਜਾਨੀ ਕਿ ਉਹ ਕੁਰਬਾਨੀ ਸੀ ਜਿਹੜੀ ਵਚਨਾਂ ਤੇ ਸੀ, ਵਚਨਾਂ ਦੇ ਮੁਤਾਬਿਕ ਠੀਕ ਸੀ, ਵਚਨਾਂ ਦੇ ਮੁਤਾਬਿਕ ਸੱਚਾਈ ਦੇ ਵਿੱਚ ਸੀ। ਤੇ ਪਰਮੇਸ਼ਰ ਸੱਚ ਦੇ ਵਿੱਚ ਤੇ ਰੂਹ ਦੇ ਵਿੱਚ ਆਪਣੀ ਵਰਸ਼ਿਪ ਜਿਹੜੀ ਆ ਉਹ ਪਾਲ ਰਿਹਾ ਆ।
ਪਰਮੇਸ਼ਰ ਐਸੇ ਵਰਸ਼ਿਪਰਸ ਨੂੰ ਪਾਲ ਰਿਹਾ ਜਿਹੜੇ ਸੱਚ ਵਿੱਚ ਤੇ ਰੂਹ ਦੇ ਵਿੱਚ। ਹਬੇਲ ਸੱਚ ਦੇ ਵਿੱਚ, ਸਚਾਈ ਦੇ ਵਿੱਚ, ਪਰਮੇਸ਼ਰ ਦੇ ਵਚਨਾਂ ਦੇ ਮੁਤਾਬਿਕ ਉਹਨੇ ਕੁਰਬਾਨੀ ਚੜਾਈ ਤੇ ਪਰਮੇਸ਼ਰ ਉਹਦੀ ਕੁਰਬਾਨੀ ਨੂੰ ਦੇਖ ਕੇ ਖੁਸ਼ ਹੋਇਆ। ਆਮੇਨ। ਬਹੁਤ ਵੱਡੀ ਐਗਜ਼ਾਮਪਲ ਆਪਾਂ ਦੇਖੀ ਹੈਗੀ ਆ। ਜਿਹੜੀਆਂ ਤੁਹਾਡੀਆਂ ਕੁਰਬਾਨੀਆਂ ਨੇ, ਜਿਹੜੀ ਤੁਹਾਡੀ ਵਰਸ਼ਿਪ ਆ, ਜਿਹੜੀ ਤੁਹਾਡਾ ਪਰਮੇਸ਼ਰ ਦੇ ਸਾਹਮਣੇ ਗਾਣਾ, ਤੁਹਾਡੀ ਪ੍ਰੇਅਰ, ਤੁਹਾਡੀ ਪਰਮੇਸ਼ਰ ਦੇ ਸਾਹਮਣੇ ਤੁਸੀਂ ਹੱਥ ਚੱਕ ਕੇ ਵਰਸ਼ਿਪ ਕਰਦੇ ਹੋ, ਉਹਦੇ ਸਾਹਮਣੇ ਝੁੱਕ ਕੇ ਵਰਸ਼ਿਪ ਕਰਦੇ ਹੋ, ਗਾ ਕੇ, ਬਜਾ ਕੇ, ਪ੍ਰਚਾਰ ਕਰਕੇ, ਕੀ ਤੁਹਾਡੀ ਬੰਦਗੀ ਸੱਚੀ ਬੰਦਗੀ ਹੈ? ਕੀ ਤੁਸੀਂ ਸੱਚੇ ਆਰਾਧਕ ਹੋ? ਤੁਹਾਡੇ ਦਿਲ ਵਿੱਚੋਂ ਜਿਹੜੀ ਆਰਾਧਨਾ ਨਿਕਲ ਰਹੀ ਆ ਉਹ ਸੱਚੀ ਆਰਾਧਨਾ ਨਿਕਲ ਰਹੀ ਆ, ਜਾਂ ਤੁਹਾਡੀ ਜ਼ਿੰਦਗੀ ਕਿਸੇ ਹੋਰ ਪਾਸੇ ਆ ਤੇ ਤੁਹਾਡੇ ਮੂੰਹ ਚੋਂ ਜੋ ਨਿਕਲ ਰਿਹਾ ਉਹ ਕੁਝ ਹੋਰ ਪਾਸੇ ਆ? ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਦੂਸਰੀ ਐਗਜ਼ਾਮਪਲ ਦੇਖਾਂਗੇ ਪਰਮੇਸ਼ਰ ਦੇ ਵਚਨ ਵਿੱਚ ਆਪਾਂ ਪ੍ਰਭੂ ਤੇ ਬਣਾਓ। ਆਓ ਦੇਖੀਏ ਜੈਨੇਸਿਸ ਚੈਪਟਰ 22 ਦੇਖਾਂਗੇ। ਉਹਦੇ 5ਵੇਂ ਵਰਸ ਦੇ ਵਿੱਚ ਆਪਾਂ ਪੜਾਂਗੇ ਅਬਰਾਮ ਦੀ ਕਹਾਣੀ। ਅਬਰਾਮ ਜਿਹੜਾ ਸੀਗਾ ਉਹ ਵੀ ਸੱਚਾ ਆਰਾਧਕ ਸੀ। ਪਰਮੇਸ਼ਰ ਨੇ ਅਬਰਾਮ ਤੋਂ ਜਦੋਂ ਆਰਾਧਨਾ ਮੰਗੀ, ਜਦੋਂ ਬਲੀ ਮੰਗੀ, ਪਰਮੇਸ਼ਰ ਨੇ ਅਬਰਾਮ ਨੂੰ ਆ ਨਹੀਂ ਆਖਿਆ ਕਿ ਮੈਨੂੰ ਤੂੰ ਇੰਨਾ ਪੈਸਾ ਦੇ, ਮੈਨੂੰ ਤੂੰ ਇੰਨਾ ਸੋਨਾ ਦੇ, ਮੈਨੂੰ ਤੂੰ ਇੰਨੀ ਬਲੀ ਦੇ, ਮੈਨੂੰ ਆਹ ਦੇ, ਮੈਨੂੰ ਉਹ ਦੇ। ਪਰਮੇਸ਼ਰ ਨੇ ਅਬਰਾਮ ਤੋਂ ਉਹ ਮੰਗਿਆ ਜਿਹੜਾ ਅਬਰਾਮ ਨੂੰ ਸਭ ਤੋਂ ਜ਼ਿਆਦਾ ਪਿਆਰਾ ਸੀ। ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰੀ ਕਿਹੜੀ ਚੀਜ਼ ਹੈ ਤੁਹਾਡੇ ਵਾਸਤੇ? ਕੀ ਉਹ ਚੀਜ਼ ਤੁਸੀਂ ਪਰਮੇਸ਼ਰ ਦੇ ਵਾਸਤੇ ਕੁਰਬਾਨ ਕਰੋਗੇ? ਕੀ ਉਹ ਚੀਜ਼ ਤੁਸੀਂ ਪਰਮੇਸ਼ਰ ਦੇ ਚਰਨਾਂ 'ਚ ਰੱਖ ਦੋਗੇ, ਜਿਹੜੀ ਚੀਜ਼ ਤੁਹਾਡੀ ਸਭ ਤੋਂ ਪਿਆਰੀ ਹੈ ਤੁਹਾਡੇ ਵਾਸਤੇ? ਆਓ ਦੇਖੀਏ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਵਿੱਚੋਂ ਜੈਨੇਸਿਸ ਚੈਪਟਰ 22 ਵਰਸ 5। ਹਾਂਜੀ। ਤਦ ਅਬਰਾਮ ਨੇ ਆਪਣੇ ਨੌਕਰਾਂ ਨੂੰ ਕਿਹਾ, ਤੁਸੀਂ ਇੱਥੇ ਗਧੇ ਦੇ ਨਾਲ ਠਹਿਰੋ, ਮੈਂ ਤੇ ਮੁੰਡਾ ਅੱਗੇ ਜਾਂਦੇ ਹਾਂ, ਅਸੀਂ ਪਰਮੇਸ਼ਰ ਦੀ ਉਪਾਸਨਾ ਕਰਕੇ ਵਾਪਸ ਮੁੜ ਆਵਾਂਗੇ। ਇਸ ਵਰਸ ਦੇ ਵਿੱਚ ਹੀ ਨਹੀਂ, ਬਲਕਿ ਜਦੋਂ ਪਰਮੇਸ਼ਰ ਨੇ ਆਖਿਆ ਕਿ ਮੈਨੂੰ ਤੂੰ ਆਪਣੀ ਸਭ ਤੋਂ ਪਿਆਰੀ ਚੀਜ਼ ਯਾਨੀ ਕਿ ਆਪਣਾ ਪੁੱਤਰ ਕੁਰਬਾਨ ਕਰ ਦੇ, ਅਬਰਾਮ ਨੇ ਇੱਕ ਵਾਰ ਵੀ ਨੰਨਾ ਨਹੀਂ ਪਾਇਆ। ਇੱਕ ਵਾਰ ਵੀ ਅਬਰਾਮ ਨੇ ਇੱਕ ਵਾਰ ਵੀ ਮੈਂ ਤੂੰ ਨਹੀਂ ਕੀਤੀ। ਅਬਰਾਮ ਨੇ ਇੱਕ ਵਾਰ ਵੀ ਆਪਣੀਆਂ ਸੋਚਾਂ ਵਿੱਚ ਨਹੀਂ ਲਿਆਂਦੀਆਂ ਕਿ ਪ੍ਰਭੂ ਇਹ ਕਿੱਦਾਂ ਹੋ ਸਕਦਾ ਹੈ, ਪ੍ਰਭੂ ਇਹ ਤੇਰੇ ਵਚਨ ਦੇ ਮੁਤਾਬਿਕ ਠੀਕ ਨਹੀਂਗਾ, ਪ੍ਰਭੂ ਆ ਨਹੀਂਗਾ, ਪ੍ਰਭੂ ਉਹ ਨਹੀਂਗਾ। ਇੱਕ ਵਾਰ ਵੀ ਨਹੀਂ। ਸਿੱਧਾ ਉਹਨੇ ਆਪਣੇ ਪੁੱਤਰ ਨੂੰ ਚੱਕਿਆ ਤੇ ਬਲੀ ਚਾੜਨ ਦੇ ਵਾਸਤੇ ਲੈ ਗਿਆ। ਆਓ ਪੜਾਂਗੇ ਆਪਾਂ ਪਹਿਲਾ ਤੇ ਦੂਸਰਾ ਵਰਸ ਵੀ ਪੜਾਂਗੇ ਆਪਾਂ, ਧਿਆਨ ਦੇਣਾ। ਜੀ ਹਾਂ। ਇਹਨਾਂ ਗੱਲਾਂ ਦੇ ਪਿੱਛੋਂ ਪਰਮੇਸ਼ਰ ਨੇ ਅਬਰਾਮ ਨੂੰ ਪਰਤਾਇਆ। ਪਰਮੇਸ਼ਰ ਨੇ ਉਸ ਨੂੰ ਕਿਹਾ, ਅਬਰਾਮ। ਅਬਰਾਹਮ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਰ ਨੇ ਕਿਹਾ, ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਲੈ ਅਤੇ ਮੋਰੀਆ ਦੀ ਧਰਤੀ ਤੇ ਜਾ। ਉੱਥੇ ਮੈਂ ਤੈਨੂੰ ਇੱਕ ਪਹਾੜ ਦਿਖਾਵਾਂਗਾ, ਜਿੱਥੇ ਤੂੰ ਉਸ ਨੂੰ ਹੋਮ ਬਲੀ ਦੇ ਰੂਪ ਵਿੱਚ ਚੜਾਉਣਾ। ਇੱਕ ਵਾਰ ਵੀ ਅਬਰਾਮ ਨੇ ਨਾ ਨਹੀਂ ਕੀਤੀ। ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ। ਸੱਚਾ ਆਰਾਧਕ ਉਹ ਆ ਜਿਹੜਾ ਆਪਣੀ ਬਹੁਤ ਪਿਆਰੀ ਚੀਜ਼ ਵੀ ਪਰਮੇਸ਼ਰ ਦੇ ਚਰਨਾਂ 'ਚ ਰੱਖ ਦੇਗਾ। ਪਰਮੇਸ਼ਰ ਉਹਦੀ ਜ਼ਿੰਦਗੀ ਦੇ ਵਿੱਚ ਨੰਬਰ 1 ਤੇ ਹੋਵੇਗਾ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਹੋਰ ਚੀਜ਼, ਨਾ ਸੋਨਾ, ਨਾ ਚਾਂਦੀ, ਨਾ ਕੋਈ ਇੱਧਰ ਦੀ ਚੀਜ਼, ਨਾ ਕੋਈ ਉੱਧਰ ਦੀ ਚੀਜ਼, ਨਾ ਕੋਈ ਲੱਗ, ਨਾ ਕੋਈ ਐਡਿਕਸ਼ਨ, ਨਾ ਕੋਈ ਚਾਹ, ਨਾ ਕੋਈ ਪਰਿਵਾਰ ਦਾ ਸਦੱਸਿਆ, ਨਾ ਕੋਈ ਮਾਂ-ਬਾਪ, ਨਾ ਕੋਈ ਬੇਟਾ ਬੇਟੀ, ਨਾ ਕੋਈ ਹਸਬੈਂਡ, ਨਾ ਕੋਈ ਵਾਈਫ, ਕੋਈ ਵੀ ਚੀਜ਼ ਉਹਦੀ ਜ਼ਿੰਦਗੀ 'ਚ ਪਹਿਲੇ ਨੰਬਰ ਤੇ ਨਹੀਂ ਹੋਏਗੀ, ਬਲਕਿ ਸਿਰਫ ਰੱਬ। ਪਰਮੇਸ਼ਰ ਆਪਣੇ ਜੀਵਨ ਦੇ ਵਿੱਚ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈ। ਤੇ ਜੇ ਪਰਮੇਸ਼ਰ ਆਪਣੀ ਜ਼ਿੰਦਗੀ 'ਚ ਪਹਿਲੇ ਨੰਬਰ ਤੇ ਆ ਤਾਂ ਪ੍ਰਭੂ ਤੇ ਬਣਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਸੱਚੇ ਆਰਾਧਕ ਬਣ ਰਹੇ ਹੋ। ਤੀਸਰੀ ਐਗਜ਼ਾਮਪਲ ਦੇਖਾਂਗੇ ਆਪਾਂ ਪ੍ਰਭੂ ਤੇ ਬਣਾਓ। 1 ਸੈਮੂਅਲ ਦੇ ਵਿੱਚ ਜਾਵਾਂਗੇ ਆਪਾਂ, ਉਹਦਾ ਪਹਿਲਾ ਚੈਪਟਰ ਖੋਲਾਂਗੇ ਆਪਾਂ। 1 ਸੈਮੂਅਲ ਦੇ ਵਿੱਚ ਪਹਿਲਾ ਚੈਪਟਰ ਦੇ ਵਿੱਚ ਆਪਾਂ ਨੂੰ ਸਮੂਏਲ ਦੀ ਜਿਹੜੀ ਮਾਤਾ ਸੀ, ਉਹਨਾਂ ਦੀ ਪ੍ਰਾਰਥਨਾ, ਕਿਸ ਤਰ੍ਹਾਂ ਉਹਨਾਂ ਨੇ ਇੱਕ ਪੁੱਤਰ ਰੱਬ ਤੋਂ ਮੰਗਿਆ,
ਤੇ ਉਹਨਾਂ ਨੇ ਆਖਿਆ ਕਿ ਜੇ ਰੱਬ ਮੈਨੂੰ ਪੁੱਤਰ ਦੇਵੇ, ਮੈਂ ਉਹ ਪੁੱਤਰ ਪਰਮੇਸ਼ਰ ਦੀ ਸੇਵਾ ਦੇ ਵਾਸਤੇ ਦੇ ਦੇਵਾਂਗੀ। ਆਮੇਨ। ਕਿੰਨੇ ਸਾਲ ਤੋਂ ਬਾਅਦ, ਕਿੰਨੀਆਂ ਪ੍ਰੇਰਾਂ ਕਰਨ ਤੋਂ ਬਾਅਦ, ਕਿੰਨੇ ਸਾਲ ਦੁਆਵਾਂ ਕਰਨ ਤੋਂ ਬਾਅਦ ਜਿਹੜੀ ਚੀਜ਼ ਉਹ ਮੰਗਦੀ ਸੀ, ਇੱਕ ਪੁੱਤਰ, ਉਹਨੂੰ ਮਿਲਿਆ। ਹੁਣ ਸੋਚੋ ਤੁਸੀਂ ਧਿਆਨ ਦੇ ਨਾਲ, ਇੱਕ ਮਾਂ ਜਿਹੜੀ ਇੰਨੀ ਪ੍ਰਾਰਥਨਾਵਾਂ ਤੋਂ ਬਾਅਦ, ਇੰਨੇ ਵਰਤ ਰੱਖਣ ਤੋਂ ਬਾਅਦ, ਇੰਨੀਆਂ ਦੁਆਵਾਂ ਕਰਨ ਤੋਂ ਬਾਅਦ ਉਹਨੂੰ ਇੱਕ ਪੁੱਤਰ ਮਿਲੇ, ਤੇ ਉਹ ਤੋਂ ਬਾਅਦ ਦੇ ਵਿੱਚ ਉਹ ਪੁੱਤਰ ਨੂੰ ਉਹ ਪਰਮੇਸ਼ਵਰ ਦੀ ਸੇਵਾ ਦੇ ਵਾਸਤੇ ਦੇ ਦੇ। ਤੁਸੀਂ ਸੋਚੋ ਧਿਆਨ ਦੇ ਨਾਲ ਕਿ ਮਾਂ ਦੇ ਦਿਲ ਤੇ ਕੀ ਬੀਤਰੀ ਹੋਏਗੀ। ਲੇਕਿਨ ਉਹਨੇ ਇਹ ਇਰਾਦਾ ਸੀ ਉਹਦੀ, ਉਹ ਸੱਚੀ ਇਰਾਦਿਕਾ ਸੀ। ਉਹਨੇ ਪਰਮੇਸ਼ਵਰ ਨੂੰ ਆਪਣਾ ਪੁੱਤਰ ਸਮੂਏਲ ਦੇ ਦਿੱਤਾ, ਜਿਹੜਾ ਗਾਹਾਂ ਜਾ ਕੇ ਬਹੁਤ ਵੱਡਾ ਨਬੀ ਬਣਿਆ। ਆਓ ਪੜਾਂਗੇ ਆਪਾਂ ਧਿਆਨ ਦੇ ਨਾਲ 1 Samuel chapter 1 verse 27 and 28 ਪੰਜਾਬੀ ਦੇ ਵਿੱਚ ਦੇਖਾਂਗੇ ਆਪਾਂ। ਪਹਿਲਾ ਸਮੂਏਲ ਪਹਿਲਾ ਚੈਪਟਰ 27ਵਾਂ ਤੇ 28ਵਾਂ ਵਰਸ। ਜੀ ਹਾਂ, ਮੈਂ ਪ੍ਰਭੂ ਤੋਂ ਇਹ ਬੱਚਾ ਮੰਗਿਆ ਸੀ ਜੋ ਉਸਨੇ ਮੈਨੂੰ ਦਿੱਤਾ ਹੈ। ਹੁਣ ਮੈਂ ਇਹ ਬੱਚਾ ਪ੍ਰਭੂ ਦੇ ਸਾਹਮਣੇ ਅਰਪਿਤ ਕਰ ਰਹੀ ਹਾਂ। ਜਦੋਂ ਤੱਕ ਇਹ ਜਿਉਂਦਾ ਰਹੇਗਾ, ਇਹ ਪ੍ਰਭੂ ਦੀ ਸੇਵਾ ਕਰੇਗਾ। ਤਦ ਉੱਥੇ ਉਹਨਾਂ ਪ੍ਰਭੂ ਦੀ ਉਪਾਸਨਾ ਕੀਤੀ। ਇੱਕ ਵਾਰ ਵੀ ਉਹਦੀ ਮਾਂ ਨੇ ਇੱਕ ਵਾਰ ਵੀ ਨਾ ਨਹੀਂ ਕੀਤੀ, ਇੱਕ ਵਾਰ ਵੀ ਨਨਾ ਨਹੀਂ ਪਾਇਆ। ਉਹਨੇ ਆ ਨਹੀਂ ਕਿਹਾ ਨਹੀਂ ਪ੍ਰਭੂ ਮੈਂ ਆਪਣਾ ਮਨ ਮੋੜ ਲਿਆ ਹੈਗਾ, ਮੈਂ ਤੈਨੂੰ ਚਲੋ ਐਂ ਕਰਦੀ ਹਾਂ, ਬਸ ਇੱਕ ਦਿਨ ਜਾਂ 2 ਦਿਨ ਆਇਆ ਕਰਨਗੇ ਚਰਚ ਦੇ ਵਿੱਚ ਤੇਰੀ ਵਰਸ਼ਿਪ ਕਰਨ ਦੇ ਵਾਸਤੇ, ਬਾਕੀ ਦੇ ਵਾਸਤੇ ਇਹਨਾਂ ਕੋਲ ਟਾਈਮ ਨਹੀਂ ਗਾ, ਇਹਨਾਂ ਦਾ ਸਕੇਜੂਲ ਬੜਾ ਟਾਈਟ ਹੈਗਾ ਆ, ਉਹਨਾਂ ਨੇ ਪੜ੍ਹਨਾ ਵੀ ਹੁੰਦਾ ਆ, ਇਹਨਾਂ ਨੇ ਆਹ ਵੀ ਕਰਨਾ ਹੁੰਦਾ ਆ, ਉਹ ਵੀ ਕਰਨਾ ਹੁੰਦਾ ਆ। ਨਹੀਂ, ਕਿੰਨੇ ਸਾਲਾਂ ਤੋਂ ਬਾਅਦ ਉਸ ਨੂੰ ਇਹ ਪੁੱਤਰ ਮਿਲਿਆ ਸੀ ਤੇ ਉਹਨੇ ਪੁੱਤਰ ਪਰਮੇਸ਼ਰ ਨੂੰ ਦੇ ਦਿੱਤਾ ਉਹਦੀ ਸੇਵਾ ਦੇ ਵਾਸਤੇ। ਆਓ ਦੇਖੀਏ ਧਿਆਨ ਦੇ ਨਾਲ ਪ੍ਰਭੂ ਤੇ ਪੜ੍ਹੋ 24ਵਾਂ ਵਰਸ ਦੇਖਾਂਗੇ ਆਪਾਂ ਇਸ ਚੈਪਟਰ ਦਾ। ਜੀ ਹਾਂ, ਸੋ ਜਦੋਂ ਹੰਨਾ ਨੇ ਆਪਣੇ ਮੁੰਡੇ ਦਾ ਦੁੱਧ ਛਡਾ ਲਿਆ ਤਾਂ ਉਹ ਉਸ ਨੂੰ ਸ਼ਿਲੋਹ ਵਿੱਚ ਲੈ ਗਈ। ਉਸ ਨੇ ਆਪਣੇ ਨਾਲ 3 ਸਾਲ ਦਾ ਬੱਚਾ, 10 ਕਿਲੋ ਮੈਦਾ ਅਤੇ 1 ਮਸ਼ਕ ਦਾਖਸਾਰ ਵੀ ਲਈ। ਉਹ ਮੁੰਡੇ ਨੂੰ ਜਦੋਂ ਉਹ ਅਜੇ ਨਿਆਣਾ ਹੀ ਸੀ, ਸ਼ਿਲੋਹ ਵਿੱਚ ਪ੍ਰਭੂ ਦੇ ਘਰ ਲੈ ਗਈ। ਹਜੇ ਉਹਦਾ ਦੁੱਧ ਹੀ ਛੁੱਟਿਆ ਸੀ। ਨਾਰਮਲੀ ਮੇਬੀ 2 ਸਾਲ ਦਾ ਹੀ ਹੋਣਾ ਹੈ, ਸਾਲ 2 ਸਾਲ ਤਕਰੀਬਨ। ਹਜੇ ਦੁੱਧ ਛੁੱਟਿਆ ਹੀ ਸੀ ਤੇ ਇੱਕਦਮ ਉਹਨੇ ਆਪਣੇ ਮੁੰਡੇ ਨੂੰ ਚੱਕਿਆ, ਹੰਨਾ ਨੇ, ਤੇ ਉਹ ਪਰਮੇਸ਼ਵਰ ਦੀ ਸੇਵਾ ਦੇ ਵਾਸਤੇ ਪਰਮੇਸ਼ਵਰ ਨੂੰ ਡੈਡੀਕੇਟ ਕਰ ਦਿੱਤਾ, ਪਰਮੇਸ਼ਵਰ ਨੂੰ ਦੇ ਦਿੱਤਾ ਤਾਂ ਕਿ ਉਹ ਉਹਦੀ ਮਹਿਮਾ ਕਰ ਸਕੇ। ਵਾਹ, ਸਭ ਤੋਂ ਜ਼ਿਆਦਾ ਪਿਆਰਾ ਉਹਦੇ ਲਈ ਸਮੂਏਲ ਸੀ, ਹੰਨਾ ਦੇ ਲਈ, ਉਸ ਮਾਂ ਦੇ ਲਈ। ਉਹਨੇ ਸਭ ਤੋਂ ਪਿਆਰੀ ਚੀਜ਼ ਆਪਣੀ, ਹਜੇ ਸੋਚੋ, ਕੋਈ ਸੋਚ ਸਕਦੇ ਕਿ ਮਾਮਾ ਕਹਿੰਦੇ ਨੇ ਨਹੀਂ ਲਾਰਡ, ਨਹੀਂ ਪ੍ਰਭੂ ਜੀ, ਹਜੇ ਤੇ ਛੋਟਾ ਆ, ਹਜੇ ਤਾਂ ਹਜੇ ਤਾਂ ਇਹਦਾ ਦੁੱਧ ਹੀ ਛੁੱਟਿਆ ਆ, ਹਜੇ ਪ੍ਰਭੂ ਜੀ ਇਹਨੂੰ ਕੱਚੀ ਚ ਪੜ੍ਹ ਲੈਣ ਦਿਓ, ਹਜੇ ਪ੍ਰਾਇਮਰੀ ਕਰ ਲੈ, ਹਜੇ ਸੈਕੰਡਰੀ ਕਰ ਲੈ, ਹਜੇ ਥੋੜਾ ਪੜ੍ਹ ਲਿਖ ਲਵੇ, ਫੇਰ ਤੇਰੀ ਸੇਵਾ ਕਰੂਗਾ। ਨੋ 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 ਨੋ। ਜਿਹੜੀ ਸਭ ਤੋਂ ਪਿਆਰੀ ਚੀਜ਼ ਮਾਂ-ਬਾਪ ਦੇ ਲਈ ਹੁੰਦੀ ਆ, ਬੱਚੇ ਹੁੰਦੇ ਨੇ। ਬੱਚੇ ਆਪਾਂ ਪ੍ਰਭੂ ਯਿਸੂ ਮਸੀਹ ਨੂੰ ਡੈਡੀਕੇਟ ਕਰਦੇ ਹਾਂ। ਮਤਲਬ ਪਤਾ ਕੀ ਹੈ ਇਹਦਾ ਮਤਲਬ ਆ ਕਿ ਬੱਚਿਆਂ ਨੂੰ ਆਪਾਂ ਪਰਮੇਸ਼ਰ ਦੀ ਸੇਵਾ ਦੇ ਵਾਸਤੇ ਪ੍ਰਭੂ ਨੂੰ ਦੇ ਦਿੱਤਾ ਆ, ਤਾਂ ਕਿ ਉਹ ਪਰਮੇਸ਼ਰ ਦੇ ਵਿੱਚ ਵੱਧ ਸਕਣ ਤੇ ਉਹਦੀ ਮਹਿਮਾ ਕਰ ਸਕਣ। ਆਮੇਨ। ਆਓ ਦੇਖਾਂਗੇ 11ਵਾਂ ਵਰਸ ਦੇਖਾਂਗੇ ਆਪਾਂ ਐਸੀ ਚੈਪਟਰ ਦਾ। ਜੀ ਹਾਂ, ਉਸਨੇ ਉਸ ਵੇਲੇ ਪ੍ਰਭੂ ਅੱਗੇ ਇਹ ਪ੍ਰਤਿਗਿਆ ਕੀਤੀ, ਹੇ ਅਣਗਿਣਤ ਪ੍ਰਾਣੀਆਂ ਦੇ ਪ੍ਰਭੂ, ਤੂੰ ਆਪਣੀ ਦਾਸੀ ਨੂੰ ਨਾ ਭੁਲਾ। ਤੂੰ ਮੈਨੂੰ ਯਾਦ ਕਰ ਅਤੇ ਮੇਰੀ ਪੀੜ ਨੂੰ ਦੇਖ। ਤੂੰ ਮੈਨੂੰ ਇੱਕ ਪੁੱਤਰ ਦੀ ਦਾਤ ਦੇ, ਮੈਂ ਉਸ ਨੂੰ ਪੂਰੇ ਜੀਵਨ ਲਈ ਤੇਰੀ ਸੇਵਾ ਵਿੱਚ ਅਰਪਣ ਕਰ ਦੇਵਾਂਗੀ। ਉਸ ਦੇ ਸਿਰ ਦੇ ਵਾਲਾਂ ਨੂੰ ਉਸ ਤਰ੍ਹਾਂ ਕਦੀ ਨਹੀਂ ਲੱਗੇਗਾ। ਬੜੀ ਪੀੜਾ ਦੇ ਵਿੱਚ ਸੀਗੀ ਹਨਾ। ਇੰਨੀ ਪੀੜਾ ਤੋਂ ਬਾਅਦ, ਇੰਨੇ ਕਸ਼ਟ ਤੋਂ ਬਾਅਦ ਉਹਦੀਆਂ ਪ੍ਰੇਰਣਾ ਸੁਣੀਆਂ ਗਈਆਂ। ਰੱਬ ਨੇ ਉਹਨੂੰ ਇੱਕ ਬੱਚੇ ਦੀ ਬਰਕਤ ਦਿੱਤੀ ਤੇ ਹਜੇ ਬੱਚਾ ਛੋਟਾ ਸੀ, ਉਹਨੇ ਉਸ ਬੱਚੇ ਨੂੰ ਜਿਸ ਨੂੰ ਬਹੁਤ ਪਿਆਰ ਕਰਦੀ ਸੀ ਪਰਮੇਸ਼ਰ ਦੇ ਸਾਹਮਣੇ ਦੇ ਦਿੱਤਾ। ਪ੍ਰਭੂ ਦੇ ਭੈਣੋ, ਇਹ ਆ ਸੱਚੀ ਆਰਾਧਿਕਾ। ਆਮੇਨ। ਆਪਾਂ 3 ਐਗਜ਼ਾਮਪਲ ਦੇਖੀਆਂ ਨੇ, ਤਿੰਨੋਂ ਏ ਨਾਲ ਸ਼ੁਰੂ ਹੁੰਦੀਆਂ ਨੇ। ਹੰਨਾ ਦੇਖ ਕੇ ਗਏ ਆ, ਅਬਰਾਮ ਦੇਖ ਕੇ ਗਏ ਆ, ਹਾਬੇਲ ਦੇਖ ਕੇ ਗਏ ਆ। ਇਹ ਤਿੰਨੋਂ ਹੀ
ਆ ਨਾਲ ਸ਼ੁਰੂ ਹੁੰਦੀਆਂ ਨੇ, ਆਰਾਧਨਾ ਵੀ ਆ ਨਾਲ ਸ਼ੁਰੂ ਹੁੰਦੀ ਆ। ਆਮੇਨ। ਸੋ ਪ੍ਰਭੂ ਦੇ ਬਣੋ, ਆਪਾਂ ਸੱਚੇ ਆਰਾਧਕ ਬਣਨਾ ਆ, ਸੱਚੇ ਵਰਸ਼ਿਪਰਸ ਬਣਨਾ ਆ। ਤੇ ਪ੍ਰਭੂ ਦੇ ਬਣੋ, ਇਹ ਤਦ ਹੀ ਹੋ ਸਕਦਾ ਆ ਜੇ ਆਪਾਂ ਸੱਚਾਈ ਦੇ ਵਿੱਚ ਤੇ ਰੂਹ ਦੇ ਵਿੱਚ ਵਧੀਏ ਤੇ ਪਰਮੇਸ਼ਰ ਦੀ ਮਹਿਮਾ ਕਰ ਸਕੀਏ। ਆਮੇਨ। ਉਹ ਚੀਜ਼ ਦਈਏ ਪਰਮੇਸ਼ਰ ਨੂੰ ਜਿਹੜੀ ਆਪਣੇ ਲਈ ਸਭ ਤੋਂ ਜ਼ਿਆਦਾ ਬਹੁਮੁੱਲੇ ਹੈ, ਸਭ ਤੋਂ ਜ਼ਿਆਦਾ ਪਿਆਰੀ ਆ। ਪਰਮੇਸ਼ਰ ਖੁਸ਼ ਹੋਏਗਾ, ਪ੍ਰਸੰਨ ਹੋਏਗਾ, ਕਿਉਂਕਿ ਪਰਮੇਸ਼ਰ ਲੱਭਦਾ ਫਿਰਦਾ ਆ ਉਹਨਾਂ ਸੱਚੇ ਆਰਾਧਕਾਂ ਨੂੰ। ਪ੍ਰਭੂ ਦਾ ਵਚਨ ਦੱਸਦਾ ਆ ਕਿ ਨਵੇਂ ਨੇਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਲਟਰ ਤੇ ਆ ਕੇ ਬੈਠ ਗਏ ਸੀਗੇ ਤੇ ਜਦੋਂ ਆਫਰਿੰਗ ਦਾ ਟਾਈਮ ਆਇਆ ਸਾਰੇ ਆਫਰਿੰਗ ਦਿੰਦੇ ਸੀ ਤੇ ਇੱਕ ਵਿਧਵਾ ਸੀ ਜਿਹਨੇ ਲਿਆ ਕੇ 2 ਤਗਮੇ ਉਸ ਆਲਟਰ ਤੇ ਰੱਖਦੇ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਚੇਲਿਆਂ ਨੂੰ ਬੁਲਾਇਆ ਤੇ ਹੈਰਾਨ ਹੋ ਗਏ ਤੇ ਪ੍ਰਭੂ ਨੇ ਆਖਿਆ ਵੀ ਬਾਕੀ ਦੇ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਮਾਲ ਦੇ ਵਿੱਚ ਥੋੜਾ ਜਿਹਾ ਤਨ ਦੇ ਦਿੰਦੇ ਨੇ, ਲੇਕਿਨ ਐਸ ਵਿਧਵਾ ਨੇ, ਐਸ ਔਰਤ ਨੇ ਜੋ ਕੁਝ ਵੀ ਉਹਦੇ ਕੋਲੇ ਸੀ ਉਹਨੇ ਸਭ ਕੁਝ ਹੀ ਦੇ ਦਿੱਤਾ। ਪਰਮੇਸ਼ਰ ਪ੍ਰਸੰਨ ਹੁੰਦਾ ਆ ਜਦੋਂ ਆਪਾਂ ਪ੍ਰਭੂ ਨੂੰ ਮਹਿਮਾ ਦਿੰਦੇ ਆ। ਪਰਮੇਸ਼ਰ ਦੇ ਆਰਾਧਕ ਬਣਨ ਦੇ ਵਾਸਤੇ, ਸੱਚੇ ਆਰਾਧਕ ਬਣਨ ਦੇ ਵਾਸਤੇ ਆਪਾਂ ਆਪਣੇ ਬੱਚੇ ਵੀ ਉਹਨੂੰ ਦੇ ਸਕਦੇ ਹਾਂ, ਆਪਾਂ ਆਪਣੀ ਜਵਾਨੀ ਵੀ ਉਹਨੂੰ ਦੇ ਸਕਦੇ ਹਾਂ, ਆਪਾਂ ਆਪਣੀ ਆਵਾਜ਼ ਵੀ ਉਹਨੂੰ ਦੇ ਸਕਦੇ ਹਾਂ, ਆਪਾਂ ਆਪਣੀ ਆਫਰਿੰਗਸ, ਆਪਣੀ ਟਾਈਡਿੰਗਸ, ਆਪਣੇ ਪੈਸਾ ਵੀ ਉਹਨੂੰ ਦੇ ਸਕਦੇ ਹਾਂ, ਆਪਾਂ ਆਪਣਾ ਸਮਾਂ ਵੀ ਉਹਨੂੰ ਦੇ ਸਕਦੇ ਹਾਂ। ਆਮੇਨ। ਲੇਕਿਨ ਇਹ ਤਦ ਹੀ ਹੋਏਗਾ ਜੇ ਆਪਾਂ ਸੱਚਾਈ ਦੇ ਵਿੱਚ ਤੇ ਰੂਹ ਦੇ ਵਿੱਚ ਵਧਾਂਗੇ। ਸੱਚਾਈ ਦੇ ਵਿੱਚ ਵਧਣ ਦੇ ਵਾਸਤੇ ਪਰਮੇਸ਼ਰ ਦੇ ਵਚਨ ਦੇ ਨਾਲ ਆਪਣੇ ਆਪ ਨੂੰ ਭਰੋ। ਰੂਹ ਦੇ ਵਿੱਚ ਵਧਣ ਦੇ ਵਾਸਤੇ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਆਪਣੇ ਆਪ ਨੂੰ ਭਰੋ। ਜਿਉਂ-ਜਿਉਂ ਆਪਾਂ ਵਚਨਾਂ ਦੇ ਵਿੱਚ ਤੇ ਰੂਹ ਦੇ ਵਿੱਚ ਵਧਾਂਗੇ, ਆਪਾਂ ਸੱਚੇ ਆਰਾਧਕ ਬਣਦੇ ਰਹਾਂਗੇ। ਤੇ ਜਿਉਂ-ਜਿਉਂ ਆਪਾਂ ਸੱਚੇ ਆਰਾਧਕ ਬਣਾਂਗੇ, ਪਰਮੇਸ਼ਰ ਦੀਆਂ ਅੱਖਾਂ ਆਪਣੇ ਉੱਤੇ ਆਣਗੀਆਂ ਤੇ ਪਰਮੇਸ਼ਰ ਆਪਾਂ ਨੂੰ ਆਪਣੀ ਹਜ਼ੂਰੀ ਦੇ ਨਾਲ ਤੇ ਆਪਣੇ ਮਸਾ ਦੇ ਨਾਲ ਘੇਰ ਲਵੇਗਾ ਤੇ ਬਰਕਤਾਂ ਤੁਹਾਡੀਆਂ ਹੋਣਗੀਆਂ ਚਰਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਮੇਨ। ਆਓ ਦੁਆ ਕਰਾਂਗੇ ਇੱਕ ਪ੍ਰਭੂ ਦੇ ਸਾਹਮਣੇ। ਆਮੇਨ। ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਪ੍ਰੇਅਰ ਕਰਦਾ ਹੈਗਾ ਆ ਅੱਜ ਸਾਰੇ ਭੈਣ ਭਰਾਵਾਂ ਦੇ ਲਈ ਜਿਨ੍ਹਾਂ ਨੇ ਵੀ ਪ੍ਰਭੂ ਜੀ ਅੱਜ ਦਾ ਵਚਨ ਸੁਣਿਆ। ਮੇਰੀ ਪ੍ਰਾਰਥਨਾ ਹੈ ਪ੍ਰਭੂ ਜੀ ਕਿ ਹਰ ਇੱਕ ਭੈਣ ਨੂੰ, ਹਰ ਇੱਕ ਭਰਾ ਨੂੰ ਤੁਸੀਂ ਆਪਣੇ ਵਚਨਾਂ ਦੀ ਸ਼ਕਤੀ ਦੇ ਨਾਲ ਭਰਪੂਰ ਕਰ ਦੇਵੋ, ਆਪਣੀ ਰੂਹ ਦੀ ਸ਼ਕਤੀ ਦੇ ਨਾਲ ਭਰਪੂਰ ਕਰ ਦੇਵੋ ਤੇ ਪ੍ਰਭੂ ਜੀ ਹਰ ਇੱਕ ਭੈਣ ਭਰਾ ਨੂੰ ਤੁਸੀਂ ਦਿਖਾਵੋ ਕਿ ਪ੍ਰਭੂ ਜੀ ਤੁਸੀਂ ਕਿਸ ਤਰ੍ਹਾਂ ਦੀ ਵਰਸ਼ਿਪ ਚਾਹੁੰਦੇ ਹੋ। ਤੁਸੀਂ ਪ੍ਰਭੂ ਜੀ ਕਿੱਦਾਂ ਚਾਹੁੰਦੇ ਹੋ ਕਿ ਅਸੀਂ ਸੱਚੇ ਆਰਾਧਕ ਕਿੱਦਾਂ ਬਣ ਸਕਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਪਰਮੇਸ਼ਰ ਪਿਤਾ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਭੂ ਜੀ ਤੁਹਾਨੂੰ ਪ੍ਰਸੰਨ ਨਹੀਂ ਕਰਦੀਆਂ, ਤੁਹਾਨੂੰ ਭਾਉਂਦੀਆਂ ਨਹੀਂ ਗੀਆਂ, ਪ੍ਰਭੂ ਜੀ ਸਾਤੋਂ ਦੂਰ ਕਰ ਦਿੱਤੀਆਂ ਜਾਣ। ਪ੍ਰਭੂ ਜੀ ਤੁਹਾਡੀ ਕਿਰਪਾ, ਤੁਹਾਡੀ ਮਿਹਰ ਸਾਡੀ ਜ਼ਿੰਦਗੀ ਤੇ ਉਤਰ ਆਵੇ ਤੇ ਉਹ ਸਾਰੀਆਂ ਕਮਜ਼ੋਰੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਵਚਨ ਦੇ ਖਿਲਾਫ ਨੇ, ਇੱਕ ਇੱਕ ਕਰਕੇ ਪ੍ਰਭੂ ਜੀ ਸਾਤੋਂ ਦੂਰ ਕਰ ਦਿਓ। ਕਿਉਂਕਿ ਪ੍ਰਭੂ ਜੀ ਇਸ ਜ਼ਿੰਦਗੀ ਦੇ ਵਿੱਚ ਅਸੀਂ ਪ੍ਰਭੂ ਜੀ ਤੁਹਾਡੀ ਮਹਿਮਾ ਕਰਨਾ ਚਾਹੁੰਦੇ ਹਾਂ। ਇਸ ਜ਼ਿੰਦਗੀ ਦੇ ਵਿੱਚ ਅਸੀਂ ਉਹ ਮਕਸਦ ਪੂਰਾ ਕਰਨਾ ਚਾਹੁੰਦੇ ਹਾਂ ਜਿਸ ਮਕਸਦ ਦੇ ਵਾਸਤੇ ਤੁਸੀਂ ਸਾਨੂੰ ਚੁਣਿਆ ਆ, ਜਿਸ ਮਕਸਦ ਦੇ ਵਾਸਤੇ ਤੁਸੀਂ ਸਾਨੂੰ ਬਣਾਇਆ ਆ। ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਆ ਤੁਸੀਂ ਸੱਚੇ ਆਰਾਧਕਾਂ ਨੂੰ ਲੱਭਦੇ ਫਿਰਦੇ ਹੋ। ਪ੍ਰਭੂ ਜੀ ਅਸੀਂ ਸੱਚੇ ਆਰਾਧਕ ਬਣਨਾ ਚਾਹੁੰਦੇ ਹਾਂ। ਪਵਿੱਤਰ ਆਤਮਾ ਸਾਡੀ ਮਦਦ ਕਰੋ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦਾ ਹਾਂ। ਆਮੀਨ, ਆਮੀਨ, ਆਮੀਨ। God bless you। ਜੈ ਮਸੀਹ ਦੀ ਭੈਣਾਂ ਤੇ ਭਰਾਵੋ ਸਾਰਿਆਂ ਨੂੰ। ਆਮੀਨ।